ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਸਾਰੇ ਮਾਈ ਭਾਈ ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਹੋ। ਆਪ ਜੀ ਨੇ ਗੁਰਬਾਣੀ ਕੀਰਤਨ ਬੜੇ ਪਿਆਰ ਨਾਲ ਸ਼ਰਵਨ ਕੀਤਾ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਗੁਰਬਾਣੀ ਦੀ ਵਿਚਾਰਧਾਰਾ ਨਾਲ ਜੋੜਨ ਦਾ ਯਤਨ ਕਰੀਏ ਅਤੇ ਮਨ ਹੀ ਮਨ ਅਰਦਾਸ ਕਰੀਏ ਕਿ ਜੋ ਆਪਾਂ ਗੁਰਬਾਣੀ ਦੀ ਵਿਚਾਰਧਾਰਾ ਨੂੰ ਸਮਝਦੇ ਹਾਂ, ਉਸ ਨੂੰ ਅਸੀਂ ਆਪਣੇ ਜੀਵਨ ਵਿੱਚ ਅਪਣਾ ਸਕੀਏ, ਤਾਂ ਜੋ ਸਾਡਾ ਇਹ ਜੀਵਨ ਚੰਗਾ ਜੀਵਨ ਬਣ ਸਕੇ। ਅੱਜ ਦੀ ਜੋ ਵਿਚਾਰ ਆਪਾਂ ਸਾਂਝੀ ਕਰਨੀ ਹੈ, ਉਹ ਹੈ ਗੁਰਬਾਣੀ ਸਿਰਲੇਖ, ਜੋ ਆਪਾਂ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਸਿਰਲੇਖਾਂ ਦੀ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ। ਸਿਰਲੇਖਾਂ ਦੀ ਵਿਚਾਰ ਕਰਨ ਤੋਂ ਪਹਿਲਾਂ ਮੈਂ ਆਪ ਜੀ ਦੇ ਨਾਲ ਗੁਰੂ 10ਵੇਂ ਪਾਤਸ਼ਾਹ ਉਹਨਾਂ ਦੇ ਦਰਬਾਰ ਵਿੱਚ ਇੱਕ ਪੰਡਿਤ ਆਇਆ। ਗੁਰੂ ਜੀ ਦੀ ਤੇ ਪੰਡਿਤ ਦੀ ਜਿਹੜੀ ਗੱਲਬਾਤ ਹੋਈ ਏ, ਉਹ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਜਿਸ ਤੋਂ ਸਾਨੂੰ ਸਮਝ ਪੈ ਜਾਏਗੀ ਕਿ ਅਸੀਂ ਕਿਸ ਤਰ੍ਹਾਂ ਜਾਗਦੇ ਹੋਏ ਹੀ ਸੁੱਤੇ ਹੋਏ ਹਾਂ। ਅਸੀਂ ਜਿਸ ਨੂੰ ਅਸੀਂ ਆਪਣੀ ਜਾਗਰਿਤ ਅਵਸਥਾ ਆਖਦੇ ਹਾਂ, ਇਹਦੇ ਵਿੱਚ ਸੁੱਤਿਆਂ ਹੀ ਸਾਰੀ ਜ਼ਿੰਦਗੀ ਕੱਢ ਦਿੰਦੇ ਹਾਂ। ਸਾਨੂੰ ਜ਼ਿੰਦਗੀ ਦੀ ਅਸਲੀਅਤ ਕੀ ਹੈ ਸਮਝ ਹੀ ਨਹੀਂ ਆਉਂਦੀ। ਸਦਾ ਥਿਰ ਰਹਿਣ ਵਾਲਾ ਕੀ ਹੈ ਤੇ ਬਿਨਸਣ ਵਾਲਾ ਕੀ ਹੈ। ਅਸੀਂ ਉਹ ਹਰ ਚੀਜ਼ ਜੋ ਬਿਨਸ ਜਾਣ ਵਾਲੀ ਹੈ, ਉਸ ਨੂੰ ਸਦਾ ਥਿਰ ਰਹਿਣ ਵਾਲੀ ਮੰਨ ਕੇ ਜ਼ਿੰਦਗੀ ਜੀ ਰਹੇ ਹਾਂ। ਇਹ ਗੱਲ ਸਾਨੂੰ ਇਸ ਵਾਰਤਾਲਾਪ ਤੋਂ ਸਮਝ ਆ ਜਾਏਗੀ। ਪੰਡਿਤ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਏ ਤੇ ਉਹਨਾਂ ਨੇ ਆ ਕੇ ਦੇਵ ਪੂਜਾ ਆਖੀਏ, ਅਵਤਾਰ ਪੂਜਾ ਆਖੀਏ, ਉਸ ਦੀ ਬੜੀ ਲੰਮੀ ਚੌੜੀ ਵਿਆਖਿਆ ਕੀਤੀ। ਔਰ ਗੁਰੂ ਜੀ ਦਾ ਸੁਭਾਅ ਸੀ ਕਿ ਉਹ ਕਦੀ ਵੀ ਕਿਸੇ ਨੂੰ ਗੱਲ ਕਰਦਿਆਂ ਵਿੱਚੋਂ ਨਹੀਂ ਸਨ ਰੋਕਦੇ ਹੁੰਦੇ, ਕਦੀ ਟੋਕਾ ਟਕਾਈ ਨਹੀਂ ਸੀ ਕਰਦੇ। ਅਗਲੇ ਨੂੰ ਗੱਲ ਪੂਰੀ ਕਰ ਲੈਣ ਦਿਓ ਤੇ ਫਿਰ ਤੁਸੀਂ ਆਪਣਾ ਪੱਖ ਰੱਖੋ। ਇਹ ਉਹਨਾਂ ਦਾ ਸੁਭਾਅ ਸੀ। ਜਦੋਂ ਪੰਡਿਤ ਜੀ ਦੀ ਗੱਲ ਪੂਰੀ ਹੋ ਗਈ ਵੀ ਦੇਵ ਪੂਜਾ ਕਰਨੀ ਚਾਹੀਦੀ ਹੈ, ਅਵਤਾਰ ਪੂਜਾ ਕਰਨੀ ਚਾਹੀਦੀ ਹੈ, ਜਿੰਨਾ ਚਿਰ ਸਾਡੇ ਸਾਹਮਣੇ ਕੋਈ ਆਕਾਰ ਨਾ ਹੋਵੇ, ਉਨਾ ਚਿਰ ਅਸੀਂ ਧਿਆਨ ਕਿਸ ਤਰ੍ਹਾਂ ਤੇ ਕਿਸ ਦਾ ਕਰੀਏ। ਗੁਰੂ ਜੀ ਨੇ ਉਹਦੀ ਸਾਰੀ ਗੱਲ ਸੁਣ ਕੇ ਇੱਕ ਗੱਲ ਹੀ ਇੱਕੋ ਲਾਈਨ ਵਿੱਚ ਹੀ ਜਵਾਬ ਦੇ ਦਿੱਤਾ, ਪੰਡਿਤ ਜੀ, ਪਰਮ ਪੁਰਖ ਕੀ ਚਰਨੀ ਲਾਗੋ। ਉਸ ਪਰਮਾਤਮਾ ਦੀ ਚਰਨੀ ਲੱਗੋ ਜਿਹੜਾ ਸਦਾ ਰਹਿਣ ਵਾਲਾ ਹੈ। ਆ ਜਿਹੜੇ ਤੁਸੀਂ ਆਕਾਰਾਂ ਦੀ ਗੱਲ ਕਰਦੇ ਹੋ, ਦੇਵਤਿਆਂ ਦੀ ਗੱਲ ਕਰਦੇ ਹੋ, ਅਵਤਾਰਾਂ ਦੀ ਗੱਲ ਕਰਦੇ ਹੋ, ਇਹ ਸਦਾ ਥਿਰ ਰਹਿਣ ਵਾਲੀਆਂ ਚੀਜ਼ਾਂ ਨਹੀਂ ਹਨ। ਉਹ ਲੋਕ ਸੰਸਾਰ ਵਿੱਚ ਆਏ ਤੇ ਆ ਕੇ ਚਲੇ ਗਏ। ਇਸ ਤਰ੍ਹਾਂ ਗੁਰੂ ਜੀ ਵੀ ਆਏ ਤੇ ਆ ਕੇ ਚਲੇ ਗਏ। ਸਰੀਰ ਕਰਕੇ, ਆਕਾਰ ਕਰਕੇ ਕੋਈ ਵੀ ਸਦਾ ਇੱਥੇ ਰਹਿਣ ਵਾਲਾ ਨਹੀਂ। ਇੱਕੋ ਇੱਕ ਹਸਤੀ ਹੈ ਸਦਾ ਰਹਿਣ ਵਾਲੀ, ਜਿਸ ਨੂੰ ਉਹਨਾਂ ਨੇ ਪਰਮ ਪੁਰਖ ਆਖਿਆ। ਭਾਵ ਸਭ ਤੋਂ ਵੱਡੀ ਉਹ ਹਸਤੀ ਜਿਹੜੀ ਸਭਨਾਂ ਵਿੱਚ ਸਮਾਈ ਹੋਈ ਹੈ, ਉਸ ਦਾ ਧਿਆਨ ਧਰੋ।
ਪੰਡਿਤ ਜੀ ਆਖਣ ਲੱਗੇ ਕਿ ਜਦੋਂ ਉਹਦਾ ਆਕਾਰ ਹੀ ਨਹੀਂ ਤੇ ਉਹਦਾ ਧਿਆਨ ਕਿਵੇਂ ਕੀਤਾ ਜਾ ਸਕਦਾ ਹੈ। ਇਹ ਬਚਨ ਸੁਣ ਕੇ ਗੁਰੂ ਜੀ ਨੇ ਆਖਿਆ, ਪੰਡਿਤ ਜੀ ਤੁਸੀਂ ਸੁਪਨਾ ਤੇ ਵੇਖਦੇ ਹੀ ਹੋਵੋਗੇ। ਕਹਿੰਦੇ ਹਾਂ ਗੁਰੂ ਜੀ, ਸੁਪਨੇ ਤੇ ਬਹੁਤ ਵੇਖਦੇ ਆ। ਸੁਪਨੇ ਵਿੱਚ ਜਿੰਨੀਆਂ ਚੀਜ਼ਾਂ ਤੁਹਾਡੇ ਧਿਆਨ ਵਿੱਚ ਆਉਂਦੀਆਂ ਨੇ, ਕੀ ਤੁਹਾਨੂੰ ਉਹਨਾਂ ਦੇ ਆਕਾਰ ਨਜ਼ਰ ਆਉਂਦੇ ਨੇ? ਪੰਡਿਤ ਜੀ ਕਹਿੰਦੇ ਹਾਂ, ਕਿਉਂ ਨਹੀਂ। ਕੁਝ ਵੀ ਅਸੀਂ ਵੇਖੀਏ ਉਹ ਆਕਾਰ ਸਾਡੇ ਸਾਹਮਣੇ ਹੁੰਦਾ ਹੈ। ਤੇ ਗੁਰੂ ਜੀ ਨੇ ਅੱਗੋਂ ਆਖਿਆ, ਜਦੋਂ ਅੱਖਾਂ ਖੁੱਲ੍ਹਦੀਆਂ ਨੇ ਆਕਾਰ ਕਿੱਥੇ ਚਲੇ ਜਾਂਦੇ ਨੇ? ਕਹਿੰਦਾ ਜੀ ਉਹ ਤੇ ਫਿਰ ਅਲੋਪ ਹੋ ਜਾਂਦੇ ਨੇ, ਕਿਉਂਕਿ ਉਹ ਤੇ ਸੁਪਨਾ ਹੁੰਦਾ ਹੈ। ਗੁਰੂ ਜੀ ਆਖਣ ਲੱਗੇ, ਬਿਲਕੁਲ ਇਸੇ ਤਰ੍ਹਾਂ ਅਸੀਂ ਹੁਣ ਜਿਹੜਾ ਜਾਗਦੇ ਹੋਏ ਸੁਪਨਾ ਵੇਖ ਰਹੇ ਹਾਂ, ਅਸੀਂ ਇਹ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਹਾਂ। ਜਿੰਨਾ ਚਿਰ ਆਪਾਂ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਆਕਾਰ ਲੱਭਦੇ ਫਿਰਦੇ ਹਾਂ, ਆਕਾਰ ਵੇਖਦੇ ਹਾਂ, ਚਾਹੇ ਉਹ ਗੁਰੂ ਦਾ ਰੂਪ ਹੋਵੇ, ਚਾਹੇ ਉਹ ਅਵਤਾਰ ਹੋਵੇ, ਚਾਹੇ ਉਹ ਕੁਝ ਵੀ ਹੋਰ ਹੋਵੇ, ਅਸੀਂ ਆਕਾਰ ਵੇਖ ਰਹੇ ਹਾਂ ਤੇ ਸਾਨੂੰ ਦਿਸ ਰਹੇ ਨੇ। ਪਰ ਜਿਵੇਂ ਹੀ ਕੋਈ ਮਨੁੱਖ ਮੋਹ ਦੀ ਨੀਂਦ ਤੋਂ ਜਾਗ ਜਾਏ, ਇਹ ਆਕਾਰ ਸਾਰੇ ਖਤਮ ਹੋ ਜਾਂਦੇ ਨੇ। ਜਿਵੇਂ ਸੁਪਨੇ ਵਿੱਚ ਵੇਖੇ ਹੋਏ ਆਕਾਰ ਅੱਖਾਂ ਖੁੱਲ੍ਹਦਿਆਂ ਹੀ ਵਿਲੀਨ ਹੋ ਜਾਂਦੇ ਨੇ। ਪੰਡਿਤ ਜੀ ਦਾ ਅੱਗੋਂ ਸੁਭਾਵਕ ਹੀ ਅਗਲਾ ਕੁਐਸਚਨ ਸੀ, ਫਿਰ ਗੁਰੂ ਜੀ ਇਸ ਮੋਹ ਦੀ ਨੀਂਦ ਤੋਂ ਜਾਗੀਏ ਕਿਵੇਂ? ਗੁਰੂ ਜੀ ਨੇ ਆਖਿਆ, ਇਸ ਮੋਹ ਦੀ ਨੀਂਦ ਤੋਂ ਜਾਗਣ ਲਈ ਸਾਨੂੰ ਸਤ ਸੰਗਤ ਕਰਨੀ ਚਾਹੀਦੀ ਹੈ। ਸਤ ਸੰਗਤ ਵਿੱਚ ਆਇਆ ਸਾਡਾ ਸੁੱਤਾ ਮਨ ਜਾਗ ਪੈਂਦਾ ਹੈ। ਸਤ ਸੰਗਤ ਵਿੱਚ ਆਇਆ ਪਤਾ ਲੱਗਦਾ ਹੈ ਕਿ ਸਦਾ ਥਿਰ ਰਹਿਣ ਵਾਲੀ ਕਿਹੜੀ ਚੀਜ਼ ਹੈ ਤੇ ਨਾ ਰਹਿਣ ਵਾਲੀ ਕਿਹੜੀ ਚੀਜ਼ ਹੈ। ਸਤ ਸੰਗਤ ਵਿੱਚ ਆਇਆ ਹੀ ਸਾਡੇ ਵਹਿਮਾਂ ਤੇ ਭਰਮਾਂ ਦਾ ਨਾਸ਼ ਹੁੰਦਾ ਹੈ। ਸਤ ਸੰਗਤ ਵਿੱਚ ਆਇਆ ਹੀ ਪਤਾ ਲੱਗਦਾ ਹੈ ਕਿ ਅਸੀਂ ਕਿਹੜੇ ਕਿਹੜੇ ਧਰਮ ਦੇ ਨਾਂ ਹੇਠਾਂ ਕਰਮ ਕਾਂਡ ਕਰ ਰਹੇ ਹਾਂ। ਇਹ ਸਾਰੀਆਂ ਚੀਜ਼ਾਂ ਸਤ ਸੰਗਤ ਵਿੱਚ ਆਇਆਂ ਹੀ ਇਹ ਭੇਦ ਖੁੱਲ੍ਹਦੇ ਨੇ। ਲੇਕਿਨ ਅੱਜ ਥੋੜ੍ਹੀ ਜਿਹੀ ਮੈਂ ਦੁੱਖ ਨਾਲ ਹੀ ਗੱਲ ਆਖਣਾ ਚਾਹੁੰਦਾ ਕਿ ਸਤ ਸੰਗਤ ਵਿੱਚ ਸੱਚ ਬੋਲਣ ਤੋਂ ਗੁਰੇਜ਼ ਕਿਉਂ ਲੋਕ ਕਰਦੇ ਨੇ, ਇਹ ਵੀ ਸਮਝ ਨਹੀਂ ਆਈ। ਜੋ ਗੁਰਬਾਣੀ ਵਿੱਚ ਲਿਖਿਆ, ਜੋ ਸੱਚਾਈ ਬਿਆਨ ਕੀਤੀ ਗਈ ਹੈ ਗੁਰੂ ਸਾਹਿਬਾਨ ਵੱਲੋਂ, ਉਸ ਨੂੰ ਸੰਗਤ ਦੇ ਸਾਹਮਣੇ ਰੱਖਣਾ ਮੈਨੂੰ ਲੱਗਦਾ ਕੋਈ ਡਰ ਨਹੀਂ ਹੋਣਾ ਚਾਹੀਦਾ, ਔਰ ਉਹਦੇ ਉੱਤੇ ਕੋਈ ਪਾਬੰਦੀ ਵੀ ਨਹੀਂ ਹੋਣੀ ਚਾਹੀਦੀ ਕਿ ਆਹ ਬੋਲਣਾ ਹੈ ਤੇ ਆਹ ਨਹੀਂ ਬੋਲਣਾ। ਜੋ ਗੁਰੂ ਜੀ ਨੇ ਲਿਖਿਆ ਭਾਈ ਉਹ ਠੀਕ ਹੈ। ਜੇ ਅਸੀਂ ਉਸ ਨੂੰ ਨਹੀਂ ਬੋਲਦੇ, ਉਸ ਨੂੰ ਸੰਗਤ ਦੇ ਸਾਹਮਣੇ ਨਹੀਂ ਲਿਆਉਂਦੇ, ਤੇ ਫਿਰ ਅਸੀਂ ਦੋਸ਼ੀ ਲੋਕ ਹੋਵਾਂਗੇ, ਅਸੀਂ ਗੁਨਾਹਗਾਰ ਹੋਵਾਂਗੇ। ਸੋ ਸਾਨੂੰ ਇਹ ਚੀਜ਼ਾਂ ਸੰਗਤ ਦੇ ਸਾਹਮਣੇ ਲਿਆਉਣੀਆਂ ਹੀ ਚਾਹੀਦੀਆਂ ਨੇ ਕਿ ਗੁਰਮਤਿ ਕੀ ਹੈ, ਇਹ ਵਹਿਮ ਭਰਮ ਕੀ ਨੇ। ਅਸੀਂ ਪਿਛਲੀ ਕਥਾ ਵਿੱਚ ਜਦੋਂ ਸਿਰਲੇਖਾਂ ਦੀ ਗੱਲ ਕਰ ਰਹੇ ਸਾਂ ਤੇ ਗੱਲ ਕੀਤੀ ਸੀ ਆਰਤੀ ਦੀ। ਆਰਤੀ ਦਾ ਜਿਹੜਾ ਭਰਮ ਹੈ, ਜਿਹੜਾ ਭਾਂਡਾ ਹੈ, ਗੁਰੂ ਨਾਨਕ ਸਾਹਿਬ ਨੇ ਜਗਨਨਾਥਪੁਰੀ ਜਾ ਕੇ ਤੋੜਿਆ ਸੀ। ਲੇਕਿਨ ਅਸੀਂ ਐਸੇ ਮੋਹ ਦੀ ਨੀਂਦ ਵਿੱਚ ਸੁੱਤੇ ਹਾਂ ਕਿ ਅਸੀਂ ਉਸ ਭਰਮ ਨੂੰ ਅਜੇ ਵੀ ਪਾਲੀ ਬੈਠੇ ਹਾਂ। ਉਹ ਭਰਮ ਸਾਡੇ ਅੰਦਰੋਂ ਅਜੇ ਗਿਆ ਨਹੀਂ। ਅਜੇ ਵੀ ਅਸੀਂ ਆਰਤੀਆਂ ਦੇ ਪਿੱਛੇ, ਗੁਰੂ ਸਾਹਿਬ ਦੇ ਉੱਤੇ ਫੁੱਲ ਸੁੱਟਣ ਦੇ ਪਿੱਛੇ, ਬਸ ਇਹੋ ਜਿਹੇ ਕਰਮਾਂ ਵਿੱਚ ਲੱਗੇ ਹੋਏ। ਮੈਂ ਤੁਹਾਨੂੰ ਬੇਨਤੀ ਕੀਤੀ ਸੀ ਕਿ ਆਪਾਂ ਧਰਮ ਦੇ ਨਾਂ ਹੇਠਾਂ ਇੱਕ ਕਰਮ ਕਾਂਡ ਕਮਾ ਕੇ ਸਮਝਦੇ ਹਾਂ ਕਿ ਅਸੀਂ ਕੁਝ ਕਰ ਲਿਆ, ਔਰ ਜੋ ਕਰ ਲਿਆ ਉਹ ਨਿਰਾਰਥਕ ਹੈ। ਉਹਦਾ ਕੁਝ ਵੀ ਅਰਥ ਨਹੀਂ ਬਣਦਾ ਜੋ ਆਪਾਂ ਕਰ ਰਹੇ। ਕਰਨ ਵਾਲੀ ਇੱਕੋ ਹੀ ਗੱਲ ਏ। ਗੁਰੂ ਜੀ ਨੇ ਆਖਿਆ ਸੀ ਇਸ ਮੋਹ ਦੀ ਨੀਂਦ ਵਿੱਚੋਂ ਜਾਗਣ ਲਈ ਸਾਨੂੰ ਸਤ ਸੰਗਤ ਕਰਨੀ ਹੋਏਗੀ। ਸਤ ਸੰਗਤ ਵਿੱਚੋਂ ਮਿਲਦੀ ਹੈ ਪ੍ਰੇਰਨਾ ਨਾਮ ਸਿਮਰਨ ਦੀ, ਕਰਮ ਕਾਂਡ ਤਿਆਗਣ ਦੀ। ਨਾਮ ਸਿਮਰਨ ਕੀਤਿਆਂ, ਵਾਹਿਗੁਰੂ ਜੀ ਦਾ ਨਾਮ ਜਪਿਆਂ ਸਾਨੂੰ ਜਾਗ ਆ ਜਾਂਦੀ ਹੈ। ਅਸੀਂ ਗਿਆਨ ਦੇ ਪ੍ਰਕਾਸ਼ ਵਿੱਚ ਉੱਠ ਬੈਠਦੇ ਹਾਂ।
ਜਿਵੇਂ ਕੋਈ ਗਿਆਨ ਦੇ ਪ੍ਰਕਾਸ਼ ਵਿੱਚ ਉੱਠੇਗਾ, ਜਾਗੇਗਾ, ਇਹ ਸਭ ਆਕਾਰ, ਇਹ ਸਭ ਵਹਿਮ ਭਰਮ, ਇਹ ਸਭ ਕਰਮ ਕਾਂਡ ਖਤਮ ਹੋ ਜਾਣਗੇ। ਫਿਰ ਸਿਰਫ ਇੱਕ ਰਹਿ ਜਾਏਗਾ, ਇੱਕੋ ਹੈ ਭਾਈ, ਇੱਕੋ ਹੈ। ਉਹ ਜਿਹੜਾ ਮੇਰਾ ਮਾਲਕ ਹੈ, ਜਿਹੜਾ ਮੇਰਾ ਸਾਹਿਬ ਹੈ, ਉਹ ਕੇਵਲ ਤੇ ਕੇਵਲ ਇੱਕ ਹੈ। ਸਾਧ ਸੰਗਤ ਵਿੱਚ ਆਇਆ ਭਰਮ ਵਹਿਮ ਦੂਰ ਹੁੰਦੇ ਨੇ। ਦੇਖੋ ਭਾਈ, ਗਿਆਨ ਕੀ ਆਈ ਆਂਧੀ, ਇਹ ਗਿਆਨ ਦੀ ਜਿਹੜੀ ਹਨੇਰੀ ਹੈ ਸਤ ਸੰਗਤ ਵਿੱਚ ਬੈਠਿਆਂ ਹੀ ਆਉਂਦੀ ਹੈ। ਸਭੈ ਉਡਾਨੀ ਭਰਮ ਕੀ ਟਾਟੀ, ਰਹਿ ਨ ਮਾਇਆ ਬੰਧੀ। ਇਹ ਜਿਹੜਾ ਭਰਮਾਂ ਤੇ ਭੁਲੇਖਿਆਂ ਦਾ ਅਸੀਂ ਛੱਪਰ ਆਪਣੀ ਮੱਤ ਦੇ ਉੱਤੇ ਤਾਣ ਕੇ ਬੈਠੇ ਹੋਏ ਹਾਂ, ਇਹ ਉਸ ਗਿਆਨ ਦੀ ਹਨੇਰੀ ਨੇ ਉਡਾ ਦੇਣਾ, ਇਹ ਨਹੀਂ ਰਹੇਗਾ। ਇਹ ਜਿਹੜਾ ਮਾਇਆ ਦਾ ਛੱਪਰ ਹੈ ਫਿਰ ਬੰਨਿਆ ਹੋਇਆ ਵੀ ਬੱਝਾ ਨਹੀਂ ਰਹੇਗਾ, ਇਹ ਉੱਡ ਜਾਏਗਾ। ਪਰ ਜ਼ਰੂਰਤ ਹੈ ਅਸੀਂ ਠਰਮੇ ਨਾਲ ਗੱਲ ਕਰੀਏ ਤੇ ਠਰਮੇ ਨਾਲ ਹੀ ਗੱਲ ਨੂੰ ਸੁਣੀਏ, ਤੇ ਫਿਰ ਅਸੀਂ ਕਿਸੇ ਸਿੱਟੇ ਤੇ ਕਿਸੇ ਮੂਲ ਤੱਤ ਦੇ ਨੇੜੇ ਪਹੁੰਚ ਪਾਵਾਂਗੇ। ਆਪਾਂ ਕਦੀ ਕਦੀ ਗੱਲ ਕਰਦੇ ਹੁੰਦੇ ਹਾਂ ਸੁਕਰਾਤ ਦੀ, ਜਿਹਨੂੰ ਤੁਸੀਂ ਸਾਕਰਟੀਸ ਕਹਿੰਦੇ ਹੋ। ਸੁਕਰਾਤ ਦਾ ਸੁਭਾਅ ਸੀ ਸਵਾਲ ਕਰਨ ਦਾ। ਉਹਦੇ ਕੋਲ ਕੋਈ ਵੀ ਮਨੁੱਖ ਆਵੇ, ਉਹਨੂੰ ਕੁਝ ਪੁੱਛੇ, ਉਹ ਉਲਟਾ ਉਹਦੇ ਤੇ ਸਵਾਲ ਕਰਿਆ ਕਰਦਾ ਸੀ। ਸਵਾਲ ਕਰਦਿਆਂ ਕਰਦਿਆਂ ਅਗਲੇ ਤੋਂ ਹੀ ਜਵਾਬ ਲੈਣੇ ਤੇ ਹੌਲੀ ਹੌਲੀ ਉਹਨੂੰ ਉਸ ਜਗ੍ਹਾ ਤੇ ਲੈ ਜਾਣਾ ਜਿੱਥੇ ਜਾ ਕੇ ਉਤਲੀ ਸਾਰੀ ਗੱਲਬਾਤ ਮਨਫੀ ਹੋ ਜਾਂਦੀ ਸੀ ਤੇ ਉਹ ਸੱਚ ਦੇ ਦਰ ਤੇ ਜਾ ਖਲੋਂਦਾ ਸੀ ਮਨੁੱਖ। ਬਸ ਆਹ ਇੱਕੋ ਹੀ ਤਰੀਕਾ ਹੈ, ਵਿਚਾਰ ਮਾਰੈ ਤਰੈ ਤਾਰੇ ਉਲਟ ਜੋਨ ਨਾ ਆਵੇ। ਵਿਚਾਰ ਨਾਲ ਆਪਣਤ ਨੂੰ, ਹਉਮੈ ਨੂੰ ਮਾਰਿਆ ਜਾ ਸਕਦਾ, ਹੋਰ ਕੋਈ ਜ਼ਰੀਆ, ਹੋਰ ਕੋਈ ਤਰੀਕਾ ਨਹੀਂ। ਜੇ ਤੁਸੀਂ ਆਖੋ ਨਾ ਅਸੀਂ ਕੋਈ ਤਪ ਸਾਧਨਾ ਕਰਕੇ ਹਉਮੈ ਨੂੰ ਮਾਰ ਲਈਏ ਤੇ ਨਹੀਂ ਜੇ ਮਰਦੀ, ਸਗੋਂ ਉਸ ਤਪ ਸਾਧਨਾ ਦੀ ਹੀ ਹਉਮੈ ਬਣ ਜਾਂਦੀ ਕਿ ਮੈਂ ਇੰਨਾ ਤਪ ਸਾਧ ਲਿਆ, ਮੈਂ ਇੰਨਾ ਪਾਠ ਕਰ ਲਿਆ, ਇੰਨਾ ਮੈਂ ਮਾਲਾ ਫੇਰ ਲਈਆਂ ਨੇ, ਉਹਦੀ ਹੀ ਹਉਮੈ ਬਣ ਜਾਂਦੀ। ਉਸ ਹਉਮੈ ਨੂੰ ਖਤਮ ਕਰਨ ਲਈ ਵਿਚਾਰ ਦੀ ਲੋੜ ਹੈ, ਗਿਆਨ ਦੀ ਲੋੜ ਹੈ। ਸੋ ਆਓ ਅਸੀਂ ਸਮਝਣ ਦਾ ਯਤਨ ਕਰੀਏ। ਜਿਹੜੀ ਅੱਜ ਦੀ ਵਿਚਾਰ ਹੈ, ਅਸੀਂ ਧਨਾਸਰੀ ਰਾਗ ਦਾ ਜਿਹੜਾ ਆਰਤੀ ਵਾਲਾ ਵਿਚਾਰ ਹੈ ਉਹ ਅਸੀਂ ਪਹਿਲਾਂ ਕਰ ਚੁੱਕੇ ਹਾਂ, ਤੇ ਅੱਜ ਆਪਾਂ ਸ਼ੁਰੂ ਕਰਨਾ ਹੈ ਰਾਗ ਜੈਤ ਸਰੀ। ਇਹ ਵੀ ਸਿਰਲੇਖ ਹੈ ਗੁਰਬਾਣੀ ਦੇ ਅੰਦਰ। ਫਿਰ ਅੱਜ ਦਾ ਜਿਹੜਾ ਸਿਰਲੇਖ ਅਗਲਾ ਹੈ ਉਹ ਹੈ ਵਾਰ ਸਲੋਕਾਂ ਨਾਲ, ਜਿਹੜੀ ਜੈਤ ਸਰੀ ਰਾਗ ਦੇ ਅੰਦਰ ਵਾਰ ਹੈ। ਉਸ ਵਾਰ ਵਿੱਚ ਜਿਹੜਾ ਅਸੀਂ ਇੱਕ ਭਰਮ ਪਾਲਿਆ ਹੋਇਆ, ਮੈਂ ਅੱਜ ਉਹਦੀ ਗੱਲ ਕਰਨੀ ਹੈ। ਜਿਹੜਾ ਕਰਮ ਕਾਂਡ ਅਸੀਂ ਕਰਦੇ ਹਾਂ ਉਹਦੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ, ਪਰ ਕਰਾਂਗਾ ਲੜੀਵਾਰ। ਅੱਗੇ ਜੇ ਸਮਾਂ ਬਚਿਆ ਤੇ ਆਪਾਂ ਰਾਗ ਟੋਡੀ ਬਾਰੇ ਗੱਲ ਕਰਾਂਗੇ, ਜੇ ਨਾ ਬਚਿਆ ਫਿਰ ਅਗਲੀ ਕਲਾਸ ਵਿੱਚ ਆਪਾਂ ਗੱਲ ਕਰ ਲਵਾਂਗੇ। ਸੋ ਆਓ ਅਸੀਂ ਸਮਝਦੇ ਹਾਂ ਜਿਹੜਾ ਜੈਤ ਸਰੀ ਰਾਗ ਹੈ, ਇਹਨੂੰ ਗਿਆਨੀ ਹਰਬੰਸ ਸਿੰਘ ਜੀ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਇਹ ਜੈਤ ਅਤੇ ਸਰੀ ਦੋ ਰਾਗਾਂ ਦੇ ਸੁਮੇਲ ਨਾਲ ਇੱਕ ਰਾਗ ਬਣਦਾ। ਮੈਨੂੰ ਰਾਗਾਂ ਬਾਰੇ ਬਹੁਤੀ ਜਾਣਕਾਰੀ ਨਹੀਂ, ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਾ। ਜਿਸ ਤਰ੍ਹਾਂ ਇਹਨਾਂ ਵਿਦਵਾਨਾਂ ਨੇ ਲਿਖਿਆ ਮੈਂ ਉਸ ਤਰ੍ਹਾਂ ਹੀ ਤੁਹਾਡੇ ਨਾਲ ਬਿਆਨ ਕਰਦਾ ਹਾਂ। ਜੈਤ ਅਤੇ ਸਰੀ ਰਾਗ ਦੇ ਸੁਮੇਲ ਦੇ ਨਾਲ ਜੈਤ ਸਰੀ ਰਾਗ ਬਣਦਾ। ਇਸ ਰਾਗ ਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ 11ਵਾਂ ਨੰਬਰ ਹੈ ਜੈਤ ਸਰੀ ਰਾਗ ਦਾ। ਇਹਦਾ ਗਾਉਣ ਦਾ ਜਿਹੜਾ ਸਮਾਂ ਹੈ ਦਿਨ ਦਾ ਤੀਜਾ ਪਹਿਰ ਹੈ ਅਤੇ ਇਹ ਸਰਦ ਰੁੱਤ ਵਿੱਚ ਗਾਇਆ ਜਾਣ ਵਾਲਾ ਰਾਗ ਹੈ। ਵਿਦਵਾਨਾਂ ਦਾ ਮਤ ਹੈ ਕਿ ਜਦੋਂ ਸਰਦ ਰੁੱਤ ਵਿੱਚ ਜੈਤ ਸਰੀ ਰਾਗ ਨੂੰ ਗਾਇਆ ਜਾਂਦਾ ਹੈ ਤੇ ਇਹ ਮਨ ਨੂੰ, ਜਿਵੇਂ ਸਰਦੀ ਦੀ ਰੁੱਤ ਸਾਡੇ ਤਨ ਨੂੰ ਠੰਡ ਲਾਉਂਦੀ ਹੈ, ਇਹ ਗਾਇਆ ਹੋਇਆ ਰਾਗ ਯਾਨੀ ਗੁਰੂ ਕੀ ਬਾਣੀ ਦਾ ਸ਼ਬਦ ਕੱਲਾ ਰਾਗ ਨਹੀਂ, ਗੁਰਮਤਿ ਵਿੱਚ ਸ਼ਬਦ ਦੀ ਪ੍ਰਧਾਨਤਾ ਹੈ, ਕੱਲੇ ਰਾਗ ਦੀ ਨਹੀਂ।
ਲੇਕਿਨ ਗੁਰਬਾਣੀ ਦਾ ਸ਼ਬਦ ਜੈਤ ਸਰੀ ਰਾਗ ਵਿੱਚ ਪਾ ਕੇ ਸਰਦ ਰੁੱਤ ਵਿੱਚ ਗਾਇਆ ਜਾਏ, ਇਹ ਮਨ ਨੂੰ ਸ਼ੀਤਲ ਕਰ, ਸਾਡੇ ਅੰਤःਕਰਨ ਨੂੰ ਠੰਡ ਪਹੁੰਚਾਉਂਦਾ ਹੈ। ਸੋ ਇਹ ਵਿਦਵਾਨਾਂ ਦਾ ਮਤ ਹੈ। ਇਸ ਰਾਗ ਦੇ ਅੰਦਰ ਪਹਿਲਾ ਬਚਨ ਹੈ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ। ਮੈਂ ਸਾਰਾ ਸ਼ਬਦ ਤੇ ਨਹੀਂ, ਕੁਛ ਵਿਚਾਰ ਉਹ ਸ਼ਬਦ ਵਿੱਚੋਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਰਹਾਉ ਵਾਲੀਆਂ ਪੰਕਤੀਆਂ ਨੇ ਪਹਿਲਾ ਹੀ ਸ਼ਬਦ ਹੈ ਜੈਤ ਸਰੀ ਦਾ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਹੇ ਮੇਰੇ ਮਨਾ, ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਿਆ ਕਰ। ਜੈਤ ਸਰੀ ਰਾਗ ਸਾਡੇ ਮਨ ਨੂੰ ਠੰਡ ਕਿਵੇਂ ਪਹੁੰਚਾਉਂਦਾ। ਸਭ ਅਰਥਾਂ ਤੋਂ ਭਾਵੇਂ ਜਿਹੜਾ ਪਰਮੇਸ਼ਵਰ ਦਾ ਨਾਮ ਹੈ ਨਾ, ਇਹ ਤੁਹਾਨੂੰ ਸਾਰੇ ਦੇ ਸਾਰੇ ਪਦਾਰਥ ਦੇਵੇਗਾ। ਜਦੋਂ ਅਸੀਂ ਪਦਾਰਥਾਂ ਦੀ ਗੱਲ ਕਰਦੇ ਹਾਂ, ਸਾਡਾ ਧਿਆਨ ਦੁਨਿਆਵੀ ਚੀਜ਼ਾਂ ਵੱਲ ਦੌੜ ਕੇ ਚਲਾ ਜਾਂਦਾ ਵੀ ਇਹ ਸਾਰੇ ਪਦਾਰਥ ਮਿਲ ਜਾਣਗੇ ਨਾਮ ਜਪੇ, ਭਾਵੇਂ ਇਹ ਵੀ ਮਿਲ ਜਾਣਗੇ। ਪਰ ਜਿਹੜੇ ਚਾਰ ਪਦਾਰਥ ਗੁਰਮਤਿ ਨੇ ਮੰਨੇ ਨੇ ਨਾ, ਉਹਨੇ ਧਰਮ, ਅਰਥ, ਕਾਮ ਤੇ ਮੋਕਸ਼, ਇਹ ਚਾਰ ਪਦਾਰਥ ਨੇ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਇਹ ਸਾਰੇ ਪਦਾਰਥ ਤੈਨੂੰ ਪ੍ਰਾਪਤ ਹੋ ਜਾਣਗੇ ਜੇ ਤੂੰ ਪਰਮੇਸ਼ਵਰ ਦਾ ਨਾਮ ਜਪੇ, ਸਿਮਰਨ ਕਰੇ। ਤੇ ਜਦੋਂ ਅਸੀਂ ਸਿਮਰਨ ਕਰਾਂਗੇ, ਮਨ ਨੂੰ ਠੰਡ ਪਹੁੰਚੇਗੀ, ਮਨ ਸ਼ਾਂਤ ਹੋਵੇਗਾ, ਮਨ ਤ੍ਰਿਪਤ ਹੋਵੇਗਾ। ਫਿਰ ਜਿਹੜੇ ਆ ਦੁਨਿਆਵੀ ਪਦਾਰਥ ਨੇ, ਇਹਨਾਂ ਦੀ ਤੇ ਇੱਛਾ ਹੀ ਮਰ ਜਾਂਦੀ ਹੈ, ਇਹਨਾਂ ਦੀ ਇੱਛਾ ਰਹਿੰਦੀ ਹੀ ਨਹੀਂ। ਸਭੇ ਇੱਛਾ ਪੂਰੀਆਂ ਤੋਂ ਭਾਵ ਹੀ ਇਹ ਹੁੰਦਾ ਹੈ ਕਿ ਇੱਛਾ ਦਾ ਖਤਮ ਹੋ ਜਾਣਾ। ਗੁਰ ਪੂਰੈ ਹਰ ਨਾਮ ਦਿਰੜਾਇਆ, ਮੇਰੇ ਪੂਰੇ ਗੁਰੂ ਨੇ ਵਾਹਿਗੁਰੂ ਜੀ ਦਾ ਪਵਿੱਤਰ ਨਾਮ ਮੇਰੇ ਹਿਰਦੇ ਵਿੱਚ ਪੱਕਾ ਕਰਾ ਦਿੱਤਾ। ਦਿਰੜਾਇਆ ਤੋਂ ਭਾਵ ਕਿਸੇ ਚੀਜ਼ ਦਾ ਟਿਕ ਜਾਣਾ, ਪੱਕਿਆਂ ਹੋ ਜਾਣਾ, ਫਿਰ ਉਹ ਚੀਜ਼ ਉਸ ਜਗ੍ਹਾ ਤੋਂ ਪਾਸੇ ਨਹੀਂ ਜਾਂਦੀ। ਤੇ ਇਹ ਗੱਲ ਸਮਝ ਆ ਗਈ, ਬਿਨ ਨਾਮੈ ਜੀਵਨ ਬਿਰਥਾ। ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਸਾਡਾ ਜਿਹੜਾ ਮਨੁੱਖਾ ਜੀਵਨ ਹੈ, ਇਹ ਵਿਅਰਥ ਚਲਾ ਜਾਂਦਾ। ਆਪਾਂ ਨੂੰ ਸ਼ੁੱਕਰਵਾਰ ਵਾਲੇ ਦਿਨ ਮੈਂ ਇੱਕ ਹੋਮਵਰਕ ਦਿੱਤਾ ਸੀ ਸੰਗਤ ਨੂੰ, ਤੂੰ ਆਹੋਂ ਕਿਹੜੇ ਕੰਮ, ਫਰੀਦ ਜੀ ਦਾ ਬਚਨ, ਵੀ ਤੂੰ ਸੰਸਾਰ ਵਿੱਚ ਕਿਹੜੇ ਕੰਮ ਆਇਆ ਹੈ। ਤੇ ਲੱਗ ਜਾਏਗਾ ਪਤਾ ਕਿੰਨੀ ਕੁ ਸੰਗਤ ਇਹਦੇ ਤੇ ਕੰਮ ਕਰਦੀ ਹੈ ਤੇ ਕਿੰਨੇ ਕੁ ਲੋਕ ਮੈਨੂੰ ਦੱਸਦੇ ਨੇ ਵੀ ਅਸੀਂ ਕਿਸ ਕੰਮ ਆਏ ਹਾਂ ਸੰਸਾਰ ਵਿੱਚ। ਕੀ ਸੱਚਮੁੱਚ ਇਹੋ ਹੀ ਕਰਨ ਆਏ ਹਾਂ ਜੋ ਆਪਾਂ ਕਰਦੇ ਹਾਂ ਪਏ, ਕਿ ਕੁਝ ਹੋਰ ਉਚੇਚਾ ਮਕਸਦ ਹੈ ਸਾਡੇ ਜੀਵਨ ਦਾ। ਇਹ ਗੱਲ ਆਪਾਂ ਸਮਝਣੀ ਹੈ। ਤੁਸੀਂ ਆਪ ਗੁਰਬਾਣੀ ਪੜ੍ਹੋ, ਵਿਚਾਰੋ ਤੇ ਇਸ ਸਿੱਟੇ ਤੇ ਪਹੁੰਚ ਜਾਓ ਕਿ ਸਾਡੇ ਜੀਵਨ ਦਾ ਮਨੋਰਥ ਕੀ ਹੈ, ਅਸੀਂ ਕਿਉਂ ਆਏ ਹਾਂ ਸੰਸਾਰ ਦੇ ਅੰਦਰ। ਗੁਰੂ ਰਾਮਦਾਸ ਮਹਾਰਾਜ ਜੀ ਆਖਦੇ ਨੇ, ਬਿਨ ਨਾਮੈ ਜੀਵਨ ਬਿਰਥਾ। ਇਹ ਸਾਡਾ ਜੀਵਨ ਦਾ ਸਾਰਾ ਹੀ ਸਮਾਂ ਵਿਅਰਥ ਚਲਾ ਜਾਏਗਾ ਜੇ ਅਸੀਂ ਨਾਮ ਨਾ ਜਪਿਆ ਤਾਂ। ਪਹਿਲਾ ਬੰਦ ਇਸ ਸ਼ਬਦ ਦਾ, ਮੇਰਾ ਹੀ ਅਰੈ ਰਤਨ ਨਾਮ ਹਰ ਵਸਿਆ। ਮੇਰੇ ਹਿਰਦੇ ਵਿੱਚ ਪਰਮੇਸ਼ਵਰ ਦਾ ਰਤਨ ਰੂਪ ਅੰਮ੍ਰਿਤ ਨਾਮ ਵਸ ਗਿਆ, ਟਿਕ ਗਿਆ। ਕਦੋਂ ਟਿਕਿਆ? ਗੁਰ ਹਾਥ ਧਰਿਓ ਮੇਰਾ ਮਾਥਾ, ਜਦੋਂ ਮੇਰੇ ਪੂਰੇ ਗੁਰੂ ਨੇ ਮੇਰੇ ਮੱਥੇ ਤੇ, ਮੇਰੇ ਸਿਰ ਤੇ ਆਪਣਾ ਹੱਥ ਰੱਖਿਆ। ਆਪਾਂ ਇਹ ਗੱਲ ਸਮਝਦੇ ਹਾਂ, ਆਪਾਂ ਜਦੋਂ ਨਾ ਆਪਣੇ ਬਜ਼ੁਰਗਾਂ ਦੇ ਪੈਰੀਂ ਹੱਥ ਲਾਈਏ, ਸਾਡੇ ਕੁਝ ਪ੍ਰਚਾਰਕਾਂ ਨੇ ਬੜੀਆਂ ਗਲਤੀਆਂ ਕੀਤੀਆਂ ਨੇ, ਮੈਂ ਉਹਨੂੰ ਗਲਤੀਆਂ ਹੀ ਆਖਾਂਗਾ, ਸੱਚਾਈ ਇਹ ਹੋਈ ਹੈ ਵੀ ਕਿਸੇ ਦੇ ਪੈਰੀਂ ਹੱਥ ਨਹੀਂ ਲਾਉਣਾ। ਕਿਉਂ ਨਹੀਂ ਲਾਉਣਾ? ਸਾਡੇ ਸਾਰੇ ਵੱਡੇ ਬਜ਼ੁਰਗ ਆਪਣੇ ਬਜ਼ੁਰਗਾਂ ਦੇ ਪੈਰੀਂ ਹੱਥ ਲਾਉਂਦੇ ਸਨ। ਆਪਣੀ ਮਾਤਾ ਜੀ ਦੇ ਪੈਰੀਂ ਹੱਥ ਲਾਉਣਾ, ਪਿਤਾ ਦੇ ਪੈਰੀਂ ਹੱਥ ਲਾਉਣਾ, ਵੱਡੇ ਭੈਣਾਂ ਭਰਾਵਾਂ ਦੇ ਪੈਰੀਂ ਹੱਥ ਲਾਉਣਾ ਕਿੱਧਰ ਦਾ ਗੁਨਾਹ ਹੈ? ਇਹ ਤੇ ਇੱਜ਼ਤ ਸੀ, ਇਹ ਤੇ ਮਾਣ ਸੀ, ਇਹ ਤੇ ਸਤਿਕਾਰ ਸੀ ਉਹਨਾਂ ਦਾ। ਤੇ ਆਪਣੇ ਆਪ ਨੂੰ ਨਿਮਰ ਕਰਨਾ ਸੀ, ਆਪਣੇ ਆਪ ਨੂੰ ਨਿਵਾਨ ਵਿੱਚ ਲਿਜਾਣਾ ਸੀ, ਆਪਣੀ ਹਉਮੈ ਦਾ ਛੱਡਣਾ ਸੀ।
ਪੈਰੀਂ ਹੱਥ ਨਹੀਂ ਲਾਉਣਾ। ਕਿਉਂ ਨਹੀਂ ਲਾਉਣਾ? ਜਦੋਂ ਅਸੀਂ ਕਿਸੇ ਦੇ ਪੈਰੀਂ ਹੱਥ ਲਾਉਂਦੇ ਆ ਤੇ ਜਿਹਦੇ ਪੈਰੀਂ ਹੱਥ ਲਾਉਂਦੇ ਉਹ ਸਾਡੇ ਸਿਰ ਤੇ ਹੱਥ ਰੱਖਦਾ। ਇਹ ਗੱਲ ਤੁਸੀਂ ਨੋਟ ਕੀਤੀ ਹੋਏਗੀ। ਨਹੀਂ ਤੇ ਤੁਸੀਂ ਕਿਸੇ ਵੀ ਬਜ਼ੁਰਗ ਨੂੰ, ਜਿਹੜੇ ਪੁਰਾਣੇ ਭਾਰਤੀ ਬਜ਼ੁਰਗ ਨੇ, ਉਹਨਾਂ ਨੂੰ ਸਮਝ ਇਸ ਗੱਲ ਦੀ, ਤੁਸੀਂ ਉਹਨਾਂ ਅੱਗੇ ਝੁਕਣਾ, ਉਹਨਾਂ ਦੇ ਗੋਡਿਆਂ ਨੂੰ, ਪੈਰਾਂ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਨਾ, ਉਹ ਤੁਹਾਡੇ ਸਿਰ ਤੇ ਹੱਥ ਰੱਖਣਗੇ, ਜਿਸ ਦਾ ਮਤਲਬ ਬੜਾ ਹੀ ਗਹਿਰਾ ਹੈ। ਗੁਰੂ ਦਾ ਰੱਖਿਆ ਹੋਇਆ ਸਿਰ ਦੇ ਉੱਤੇ ਹੱਥ ਸਾਡੇ ਸਿਰ ਦੇ ਵਿੱਚ ਨਾ ਦੱਸਦੀ ਹੈ ਗੁਰਬਾਣੀ ਕਿ ਉਹ ਸਥਾਨ ਹੈ ਜਿੱਥੇ ਪਰਮੇਸ਼ਵਰ ਜੀ ਰਹਿੰਦੇ ਨੇ, ਜਿੱਥੇ ਪਰਮਾਤਮਾ ਰਹਿੰਦਾ ਹੈ, ਜਿਸ ਨੂੰ ਗੁਰੂ ਜੀ ਨੇ 10ਵਾਂ ਦੁਆਰ ਆਖਿਆ, ਜਿਸ ਨੂੰ ਗੁਰੂ ਜੀ ਨੇ ਸਹਿਜ ਘਰ ਆਖਿਆ। ਜਦੋਂ ਗੁਰੂ ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਦਾ ਹੈ ਤੇ ਸਾਡੇ ਉਸ 10ਵੇਂ ਦੁਆਰ ਵਾਲੇ ਮਹਿਲ ਵਿੱਚ ਕੁਝ ਹਲਚਲ ਹੁੰਦੀ ਹੈ। ਬਸ ਇਹ ਇੱਕ ਗੁੱਝੀ ਗੱਲ ਸੀ, ਜੇ ਤੁਸੀਂ ਸਮਝ ਪਾਏ ਤੇ ਆਪਾਂ ਕਿਸੇ ਬਜ਼ੁਰਗ ਦੇ ਪੈਰੀਂ ਹੱਥ ਲਾਉਣ ਤੋਂ ਫਿਰ ਗੁਰੇਜ਼ ਨਹੀਂ ਕਰਾਂਗੇ। ਸੋ ਯਤਨ ਕਰੀਏ। ਹਾਂ, ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਕਿਸੇ ਨੂੰ ਗੁਰੂ ਜਾਣ ਕੇ ਮੱਥਾ ਨਹੀਂ ਟੇਕਣਾ। ਉਹ ਸਿਰਫ ਤੇ ਸਿਰਫ ਰਾਖਵਾਂ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ। ਸਿੱਖੀ ਦੇ ਅੰਦਰ ਕਿਸੇ ਨੂੰ ਗੁਰੂ ਜਾਣ ਕੇ ਮੱਥਾ ਨਹੀਂ ਟੇਕਣਾ। ਬਜ਼ੁਰਗਾਂ ਦਾ ਅਦਬ ਸਤਿਕਾਰ ਕਰਨਾ ਇਹ ਬੜੀ ਜ਼ਰੂਰੀ ਗੱਲ ਹੈ ਔਰ ਸਾਨੂੰ ਕਰਨਾ ਚਾਹੀਦਾ। ਬਜ਼ੁਰਗ ਦੀ ਅਸੀਸ, ਔਰ ਇਹ ਤੇ ਗੱਲਾਂ ਗੁਰਬਾਣੀ 'ਚ ਲਿਖੀਆਂ ਹੋਈਆਂ ਨੇ, ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ। ਬਜ਼ੁਰਗ ਦਾ ਸਿਰ ਦੇ ਉੱਤੇ ਹੱਥ ਹੋਵੇ, ਉਹਦੀ ਅਸੀਸ ਹੋਵੇ ਤੇ ਫਿਰ ਮਿਲਾਪ ਹੁੰਦਿਆਂ ਦੇਰੀ ਨਹੀਂ ਜੇ ਲੱਗਦੀ। ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ। ਜਿਸ ਮਨੁੱਖ ਦੇ ਸਿਰ ਉੱਤੇ ਗੁਰੂ ਹੱਥ ਰੱਖ ਦੇਵੇ, ਅਸੀਸਾਂ ਭਰਿਆ, ਉਹਦੇ ਜਨਮਾਂ ਜਨਮਾਂਤਰਾਂ ਦੇ ਪਾਪ ਜਿਹੜੇ ਨੇ ਨਾਸ਼ ਹੋ ਜਾਂਦੇ ਨੇ, ਪਾਪਾਂ ਦੇ ਦੁੱਖ ਕੱਟੇ ਜਾਂਦੇ ਨੇ। ਗੁਰਨਾਮ ਦਿਓ ਰਿਣ ਲਾਥਾ। ਗੁਰੂ ਆਪਣੀ ਆਸ਼ੀਰਵਾਦ ਨਾਲ, ਗੁਰੂ ਆਪਣੀ ਰਹਿਮਤ ਭਰੀ ਨਿਗਾਹ ਦੇ ਨਾਲ ਜਦੋਂ ਸਾਡੇ ਅੰਦਰ ਪਰਮੇਸ਼ਵਰ ਦੇ ਨਾਮ ਦੀ ਰੌਂ ਤੋੜ ਦਿੰਦਾ ਹੈ, ਜਿਹੜਾ ਜਨਮਾਂ ਜਨਮਾਂਤਾਂ ਦਾ, ਇਹ ਵਿਕਾਰਾਂ ਦਾ, ਇਹ ਪਾਪਾਂ ਦਾ, ਇਹ ਕਲੇਸ਼ਾਂ ਦਾ ਕਰਜ਼ਾ ਸੀ ਸਾਡੇ ਸਿਰ ਉੱਤੇ, ਉਹ ਸਾਰਾ ਇੱਕਦਮ ਉਤਰ ਜਾਂਦਾ ਤੇ ਬੰਦਾ ਐਨ ਹੌਲਾ ਫੁੱਲ ਵਰਗਾ ਹੋ ਜਾਂਦਾ। ਇੱਥੋਂ ਰਾਗ ਹੁੰਦਾ ਜੈਤਸਰੀ ਸ਼ੁਰੂ। ਆਏਗੀ ਪਏਗੀ ਮਨ ਨੂੰ ਠੰਡ ਕਿ ਨਹੀਂ ਜੇ ਆਪਾਂ ਇਸ ਤਰ੍ਹਾਂ ਕਰਾਂਗੇ? ਹੋਏਗਾ ਮਨ ਸ਼ੀਤਲ ਕਿ ਨਹੀਂ ਹੋਏਗਾ? ਮੇਰਾ ਖਿਆਲ ਇਹ ਜ਼ਰੂਰ ਹੋਏਗਾ। ਬਜ਼ੁਰਗਾਂ ਦਾ ਅਦਬ ਸਤਿਕਾਰ ਕਰੀਏ, ਗੁਰੂ ਦੇ ਚਰਨੀ ਹੱਥ ਲਾਈਏ, ਉਹਨਾਂ ਦੀਆਂ ਅਸੀਸਾਂ ਦਾ ਆਨੰਦ ਮਾਣੀਏ, ਪ੍ਰਭੂ ਦੇ ਨਾਮ ਦਾ ਸਿਮਰਨ ਕਰੀਏ। ਮਨ ਨੂੰ ਜ਼ਰੂਰ ਸ਼ਾਂਤੀ ਮਿਲੇਗੀ, ਜ਼ਰੂਰ ਤਸੱਲੀ ਮਿਲੇਗੀ। ਹੁਣ ਆਪਾਂ ਆਉਂਦੇ ਉਸ ਵਹਿਮ ਭਰਮ ਤੇ ਉਸ ਕਰਮ ਕਾਂਡ ਵੱਲ। ਜੈਤਸਰੀ ਦੀ ਵਾਰ ਜਿਹੜੀ ਏ, ਇਹ 5ਵੇਂ ਪਾਤਸ਼ਾਹ ਜੀ ਦੀ ਉਚਾਰੀ ਹੋਈ ਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 705 ਤੋਂ ਪ੍ਰਾਰੰਭ ਹੁੰਦੀ ਹੈ ਥੱਲੇ ਜਾ ਕੇ। ਇਹਦੇ ਵਿੱਚ ਪਹਿਲਾ ਸ਼ਲੋਕ ਹੈ ਜੀ ਇਸ ਵਾਰ ਦਾ। ਸ਼ਲੋਕ ਹੈ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰਹਿ। ਸਿਮਰੰਤ ਸੰਤ ਸਰਬਤਰ ਰਮਨੰ ਨਾਨਕ ਅਘਨਾਸਨ ਜਗਦੀਸ਼ੁਰਹਿ। ਇਹ ਬਚਨ ਪਹਿਲਾ ਸ਼ਲੋਕ ਹੈ ਜੈਤਸਰੀ ਦੀ ਵਾਰ ਅੰਦਰ। ਇਸ ਦੇ ਸੰਖੇਪ ਦੇ ਅਰਥ ਇਸ ਤਰ੍ਹਾਂ ਬਣਦੇ ਨੇ ਕਿ ਜਿਹੜਾ ਪਰਮਾਤਮਾ ਹੈ ਨਾ, ਉਹ ਆਦਿ ਕਾਲ ਵਿੱਚ ਜਦੋਂ ਇਹ ਸ੍ਰਿਸ਼ਟੀ ਨਹੀਂ ਸੀ ਬਣੀ, ਉਦੋਂ ਵੀ ਪਰਿਪੂਰਨ ਸੀ। ਜਿੰਨਾ ਵੀ ਖਲਾ ਸੀ, ਜਿੰਨਾ ਵੀ ਸਪੇਸ ਸੀ ਜਾਂ ਨਹੀਂ, ਜੋ ਵੀ ਸੀ ਉਹ ਪਰਿਪੂਰਨ ਰੂਪ ਵਿੱਚ ਸੀ। ਉਦੋਂ ਵੀ ਘੱਟ ਨਹੀਂ ਸੀ ਤੇ ਅੱਜ ਵੀ ਉਹਦਾ ਕੁਝ ਘਟਿਆ ਨਹੀਂ ਕਿ ਉਹਨੇ ਏਡੀ ਵੱਡੀ ਸ੍ਰਿਸ਼ਟੀ ਬਣਾ ਦਿੱਤੀ ਏ, ਹੋ ਸਕਦਾ ਉਹ ਥੋੜਾ ਛੋਟਾ ਹੋ ਗਿਆ ਹੋਵੇ। ਐਸਾ ਨਹੀਂ। ਜਿਸ ਤਰ੍ਹਾਂ ਉਹ ਪਹਿਲਾਂ ਸੀ ਸ੍ਰਿਸ਼ਟੀ ਦੀ ਹੋਂਦ ਤੋਂ, ਉਸੇ ਤਰ੍ਹਾਂ ਹੀ ਹੁਣ ਹੈ ਮੱਧ ਪੂਰਨ, ਭਾਵ ਇਹ ਚੱਲ ਰਹੇ ਸਮੇਂ ਵਿੱਚ ਹੁਣ ਵੀ ਉਹ ਪਰਿਪੂਰਨ ਹੈ। ਅੰਤ ਪੂਰਨ ਪਰਮੇਸ਼ੁਰ ਹੈ। ਪਰਮਾਤਮਾ ਵਾਹਿਗੁਰੂ ਜੀ
ਜਦੋਂ ਇਹ ਸ੍ਰਿਸ਼ਟੀ ਦਾ ਅੰਤ ਹੋ ਜਾਏਗਾ, ਇਸ ਦੀ ਲਾਇਤਾ ਹੋ ਜਾਏਗੀ, ਉਹ ਮਾਲਕ ਉਦੋਂ ਵੀ ਪਰਿਪੂਰਨ ਰਹੇਗਾ। ਸਿਮਰੰਤ ਸੰਤ ਸਰਬੱਤਰ ਰਮਨੰ। ਸਰਬੱਤਰ ਰਮਨੰ ਦਾ ਮਤਲਬ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ, ਜਿਹੜਾ ਪਰਮੇਸ਼ਵਰ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ। ਸੰਤ ਜਨ ਉਸ ਨੂੰ ਸਿਮਰਦੇ ਨੇ, ਉਸ ਦਾ ਧਿਆਨ ਧਰਦੇ ਨੇ। ਆਪਾਂ ਗੱਲ ਸ਼ੁਰੂ ਅੱਜ ਧਿਆਨ ਤੋਂ ਕੀਤੀ ਹੈ, ਕਿਵੇਂ ਧਰਨਾ ਹੈ। ਤੇ ਧਰਨਾ ਹੈ, ਇਸ ਮੋਹ ਦੀ ਨੀਂਦ ਤੋਂ ਜਾਗਾਂਗੇ ਤੇ ਧਿਆਨ ਆਪੇ ਟਿਕ ਜਾਣਾ ਹੈ। ਜਿੰਨਾ ਚਿਰ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਆ, ਉਹਨਾਂ ਚਿਰ ਸੁਪਨਾ ਚੱਲ ਰਿਹਾ, ਤੇ ਸੁਪਨਾ ਥਿਰ ਨਹੀਂ ਜੀ ਹੁੰਦਾ, ਸੁਪਨਾ ਰੁਕਦਾ ਨਹੀਂ, ਸੁਪਨਾ ਚੱਲੀ ਜਾਂਦਾ ਹੈ। ਤੇ ਜਦੋਂ ਜਾਗ ਆਉਂਦੀ ਹੈ, ਸੁਪਨਾ ਖਤਮ ਹੋ ਜਾਂਦਾ ਹੈ। ਇਹ ਸਾਡਾ ਮੋਹ ਦਾ ਸੁਪਨਾ ਅਸੀਂ ਹੁਣ ਅੱਖਾਂ ਖੁੱਲੀਆਂ ਨਾ ਵੇਖ ਰਹੇ ਹਾਂ। ਜਦੋਂ ਇਹ ਭਰਮ ਕੀ ਟਾਟੀ ਉੱਡ ਜਾਏਗੀ, ਉਦੋਂ ਅਸੀਂ ਗਿਆਨ ਦੇ ਪ੍ਰਕਾਸ਼ ਵਿੱਚ ਜਾਗ ਉੱਠਾਂਗੇ। ਜਿਵੇਂ ਹੀ ਜਾਗਾਂਗੇ, ਧਿਆਨ ਟਿਕਿਆ ਹੀ ਪਾਵਾਂਗੇ ਆਪਾਂ। ਕੋਈ ਯਤਨ ਨਹੀਂ ਕਰਨਾ ਪੈਣਾ ਕਿ ਹੁਣ ਕੀ ਕਰੀਏ, ਧਿਆਨ ਟਿਕਾਉਣ ਲਈ ਕਿਹੜੇ ਮੰਤਰ ਦਾ ਉਚਾਰਨ ਕਰੀਏ। ਕੁਝ ਵੀ ਤੇ ਨਹੀਂ ਹੈ, ਹੀ ਕੁਝ ਨਹੀਂ। ਬਸ ਇੱਕੋ ਹੀ ਗੱਲ ਏ, ਮੋਹ ਦੀ ਨੀਂਦ ਤੋਂ ਜਾਗਣਾ। ਜਿੱਦਣ ਜਾਗੇ, ਧਿਆਨ ਟਿਕਿਆ ਹੀ ਪਾਵਾਂਗੇ, ਟਿਕਿਆ ਹੀ ਹੋਏਗਾ, ਟਿਕਿਆ ਹੀ ਹੋਇਆ ਹੈ। ਅਸੀਂ ਹੀ ਸੁੱਤੇ ਹੋਏ ਸੁਪਨਾ ਵੇਖ ਰਹੇ, ਇਸ ਤਰ੍ਹਾਂ ਆਖ ਲਈਏ। ਨਾਨਕ ਅਘ ਨਾਸਨ ਜਗਦੀਸ਼ੁਰ ਹੈ। ਅਘ ਦਾ ਮਤਲਬ ਹੁੰਦਾ ਪਾਪ, ਦੋਸ਼। ਉਹ ਅਕਾਲ ਪੁਰਖ ਵਾਹਿਗੁਰੂ ਜਗਤ ਦਾ ਈਸ਼ਵਰ, ਉਹ ਸਾਡੇ ਸਾਰਿਆਂ ਪਾਪਾਂ ਨੂੰ ਨਾਸ਼ ਕਰਨ ਦੇ ਸਮਰੱਥ ਹੈ। ਉਹ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ। ਉਹ ਆਦਿ ਤੋਂ ਲੈ ਕੇ ਅੰਤ ਤੱਕ ਪਰਿਪੂਰਨ ਰਹਿੰਦਾ ਹੈ। ਇਹੋ ਜਿਹੇ ਪਰਮਾਤਮਾ ਨੂੰ ਸੰਤ ਜਨ ਸਿਮਰਦੇ ਨੇ। ਇਹ ਤੇ ਅਸੀਂ ਇਹਦੇ ਅਰਥ ਇਸ ਪਹਿਲੇ ਸ਼ਲੋਕ ਦੇ। ਇੱਥੇ ਅਸੀਂ ਜਿਹੜਾ ਕਰਮ ਕਾਂਡ ਕਰਦੇ ਹਾਂ, ਮੈਂ ਉਹਦੇ ਵੱਲ ਧਿਆਨ ਲਿਜਾਵਾਂ ਤੁਹਾਡਾ। ਹੁਣ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਵੀ ਸਾਡੇ ਸਿੱਖ ਸਮਾਜ ਦੇ ਅੰਦਰ ਇੱਕ ਰੀਤ ਚੱਲ ਪਈ ਹੈ ਅਖੰਡ ਪਾਠ ਦੀ, ਜਿਹੜੀ ਕਿ ਸਿੱਖੀ ਦੀ ਕੋਈ ਰੀਤ ਨਹੀਂ ਹੈ। ਸੱਚਾਈ ਤਾਂ ਬਈ ਇਹੋ ਹੀ ਹੈ। ਉਂਝ ਕਿਸੇ ਨੂੰ ਬੁਰਾ ਲੱਗੇ ਤੇ ਪਿਆ ਲੱਗੇ, ਹੁਣ ਮੈਂ ਕੀ ਕਰ ਸਕਦਾ। ਸਿੱਖੀ ਦੇ ਅੰਦਰ ਅਖੰਡ ਪਾਠ ਦੀ ਕੋਈ ਰੀਤੀ ਨਹੀਂ, ਔਰ ਅਖੰਡ ਪਾਠ ਹੋ ਹੀ ਨਹੀਂ ਸਕਦਾ। ਅਖੰਡ ਦਾ ਮਤਲਬ ਹੁੰਦਾ ਲਗਾਤਾਰ ਜਿਹੜੀ ਕੋਈ ਚੀਜ਼ ਚੱਲਦੀ ਹੋਵੇ। ਔਰ ਜਦੋਂ ਆਪਾਂ ਤੁਸੀਂ ਪਾਠ ਕਰਕੇ ਵੇਖਣਾ, ਭਾਵੇਂ 10 ਮਿੰਟ ਹੀ ਕਰੋ, ਜੇ ਤੁਹਾਨੂੰ ਖਾਂਸੀ ਆ ਜਾਏ ਪਾਠ ਕਰਦੇ ਆ, ਕਿ ਉਹ ਲਗਾਤਾਰਤਾ ਟੁੱਟੇਗੀ ਕਿ ਨਹੀਂ? ਅਖੰਡ ਕਿਵੇਂ ਉਹ ਚੀਜ਼ ਰਹਿ ਜਾਏਗੀ? ਜਿਹੜੇ ਰਾਤ ਨੂੰ ਪਾਠ ਕਰਦੇ ਨੇ, ਸਾਰੀ ਰਾਤ ਵਿਚਾਰਿਆਂ ਦੀ ਜਾਗਦੇ ਆ ਲੰਘਦੀ, ਉਹ ਵਿਚਾਰਿਆਂ ਨੂੰ ਉਬਾਸੀਆਂ ਆਉਂਦੀਆਂ ਰਹਿੰਦੀਆਂ ਉੱਥੇ ਬੈਠਿਆਂ ਨੂੰ। ਮੈਂ ਵੇਖਿਆ ਹੈ ਨਾ, ਉਦੋਂ ਉਹਦੀ ਅਖੰਡਤਾ ਕਿੱਥੇ ਰਹੇਗੀ ਉਸ ਪਾਠ? ਉਹ ਖੰਡਨ ਹੁੰਦਾ ਹੈ ਪਾਠ, ਅਖੰਡ ਕਦੇ ਨਹੀਂ ਹੁੰਦਾ। ਜਦੋਂ ਪਾਠੀ ਉੱਠਦਾ ਬੈਠਦਾ ਹੈ, ਕਿਵੇਂ ਅਖੰਡ ਰਹਿ ਸਕਦਾ? ਔਰ ਜਦੋਂ ਇਹ ਸ਼ਲੋਕ ਆਉਂਦਾ ਹੈ, ਸ਼ਲੋਕ ਨੰਬਰ ਪਹਿਲਾ ਸ਼ਲੋਕ ਪੰਨਾ ਨੰਬਰ 705 ਤੇ, ਇੱਥੇ ਜਿਹੜਾ ਕਰਮ ਕਾਂਡ ਅਸੀਂ ਕਰਦੇ ਹਾਂ, ਉਹਦਾ ਨਾਂ ਰੱਖਿਆ ਮੱਧ ਦੀ ਅਰਦਾਸ। ਜਦੋਂ ਕਿ ਅਖੰਡ ਪਾਠ ਦੀ ਹੀ ਰੀਤੀ ਸਿੱਖੀ ਦੀ ਨਹੀਂ ਹੈ। ਪਰ ਚਲੋ ਜੇ ਰੀਤ ਚੱਲ ਪਈ ਏ, ਇਹਦੇ ਵਿੱਚ ਮੱਧ ਦੀ ਅਰਦਾਸ ਦਾ ਕੋਈ ਵਿਧਾਨ ਨਹੀਂ ਕਿ ਅੱਜ ਅਸੀਂ ਮੱਧ ਦੀ ਅਰਦਾਸ ਕਰਨੀ ਹੈ। ਤੇ ਮੱਧ ਦੀ ਅਰਦਾਸ ਕਰਨੀ ਹੈ ਪੰਨਾ ਨੰਬਰ 705 ਉੱਤੇ। ਤੁਸੀਂ ਸਾਰੇ ਪੜ੍ਹੇ ਲਿਖੇ ਸੱਜਣ ਜੇ, ਕਿ ਤੁਹਾਨੂੰ ਵੀ ਇਹ ਦੱਸਣ ਦੀ ਲੋੜ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਮੱਧ ਕਿੱਥੇ ਹੁੰਦਾ। ਜੇ 1430 ਪੰਨੇ ਹੋਣ, 1430 ਪੇਜਿਸ ਹੋਣ, ਤੇ ਮੱਧ ਤੋਂ ਭਾਵ ਹੁੰਦਾ ਸੈਂਟਰ ਭਾਗ, ਵਿਚਕਾਰਲਾ ਹਿੱਸਾ। ਉਹ ਕਿੱਥੇ ਬਣਦਾ? ਕਿ ਉਹ 705 ਤੇ ਬਣਦਾ? ਜੇ 1430 ਹੋਣ, ਉਹਦਾ ਵਿਚਕਾਰਲਾ ਭਾਗ 715 ਤੇ ਬਣਨਾ ਚਾਹੀਦਾ। ਇੱਥੇ ਸਿਰਫ ਗੱਲ ਇੰਨੀ ਹੈ, ਆਦਿ ਪੂਰਨ ਮੱਧ ਪੂਰਨ। ਇਸ ਮੱਧ ਪੂਰਨ ਨੂੰ ਲੈ ਕੇ
ਇਹ ਅਖੰਡ ਪਾਠ ਦੇ ਵਿੱਚ ਮੱਧ ਭਾਗ ਦੀ ਅਰਦਾਸ ਯਾਨੀ ਮੱਧ ਦੀ ਅਰਦਾਸ ਕਰਨ ਦਾ ਇੱਕ ਲੋਕਾਂ ਨੇ ਨਿਯਮ ਬਣਾ ਲਿਆ। ਲੋਕਾਂ ਨੇ ਵੀ ਕਾਹਦਾ, ਗ੍ਰੰਥੀਆਂ ਨੇ ਬਣਾ ਲਿਆ। ਮੈਂ ਤਾਂ ਸਿੱਧਾ ਹੀ ਕਹਿਣਾ ਚਾਹਾਂਗਾ, ਇਹਨਾਂ ਨੇ ਇੱਕ ਵਿਧਾਨ, ਇੱਕ ਨਿਯਮ ਕੱਢ ਲਿਆ ਕਿ ਇੱਥੇ ਮੱਧ ਦੀ ਅਰਦਾਸ ਕਰਨੀ। ਹੋ ਰਿਹਾ ਜੀ ਅਖੰਡ ਪਾਠ, ਇੱਥੇ ਪਾਠ ਆ ਗਿਆ 705 ਪੇਜ ਤੇ ਜਾਂ 4 ਪੇਜ ਤੇ, ਅਜੇ ਪ੍ਰਸ਼ਾਦ ਬਣਿਆ ਨਹੀਂ, ਦੇਗ ਤਿਆਰ ਨਹੀਂ ਹੋਈ, ਤੇ ਥੱਲਿਓਂ ਇੱਕ ਬੰਦਾ ਭੱਜਾ ਆਉਂਦਾ ਉੱਤੇ। ਉਹ ਜਿਹੜਾ ਪਾਠੀ ਪਾਠ ਕਰ ਰਿਹਾ ਹੁੰਦਾ ਹੈ ਨਾ ਜੀ, ਉਹਦੇ ਆ ਕੇ ਕੰਨ ਵਿੱਚ ਆਖਦਾ ਹੈ ਕਿ ਅਜੇ ਦੇਗ ਤਿਆਰ ਨਹੀਂ ਹੋਈ, ਹੌਲੀ ਹੌਲੀ ਪੜ੍ਹ। ਹੁਣ ਦੇਗ ਤਿਆਰ ਹੋਣ ਨੂੰ ਘੱਟ ਤੋਂ ਘੱਟ ਅੱਧਾ ਘੰਟਾ ਤੇ ਲੱਗਣਾ, ਭਾਵੇਂ ਬਹੁਤ ਥੋੜੀ ਜਿਹੀ ਬਣਾਉਣੀ ਹੋਵੇ। ਹੁਣ ਉਹ ਅੱਧਾ ਘੰਟਾ ਜਿਹੜਾ ਉਹ ਇਸ ਸ਼ਲੋਕ ਦੇ ਉੱਤੇ ਫੜ ਕੇ ਉਂਗਲ ਧਰ ਕੇ ਬੈਠਾ ਰਹਿੰਦਾ ਉਹ ਭਾਈ, ਤੇ ਇਹਨੂੰ ਕਦੀ ਪੜ੍ਹ ਲਿਆ ਤੇ ਕਦੀ ਹਟ ਗਿਆ, ਕਦੀ ਪੜ੍ਹ ਲਿਆ ਤੇ ਕਦੀ ਛੱਡ ਦਿੱਤਾ। ਇਹ ਮੈਂ ਅੱਖੀਂ ਵੇਖੀਆਂ ਗੱਲਾਂ ਨੇ ਜੀ। ਮੈਂ ਕੋਈ ਤੁਹਾਡੇ ਨਾਲ ਝੂਠ ਬੋਲ ਕੇ ਮੈਂ ਕੀ ਲੈਣਾ ਤੁਹਾਡੇ ਕੋਲ। ਸੱਚਾਈ ਇਹ ਕਿ ਅੱਧਾ ਘੰਟਾ ਪਾਠ ਕਰਨ ਵਾਲਾ ਬੰਦਾ ਇਸ ਇੱਕ ਤੁਕ ਨੂੰ ਫੜ ਕੇ ਬੈਠਾ ਰਹਿੰਦਾ, ਆਦਿ ਪੂਰਨ ਮੱਧ ਪੂਰਨ, ਆਦਿ ਪੂਰਨ ਮੱਧ ਪੂਰਨ, ਇਹੋ ਹੀ ਪੜੀ। ਜਦੋਂ ਪ੍ਰਸ਼ਾਦ ਬਣ ਕੇ ਆਉਂਦਾ ਹੈ, ਉਦੋਂ ਫਿਰ ਉਹ 5-7 ਪੌੜੀਆਂ ਜਿਹੜੀਆਂ ਆਨੰਦ ਸਾਹਿਬ ਦੀਆਂ ਪੜ੍ਹਦੇ ਨੇ, ਉਹ ਪੜ੍ਹ ਕੇ ਫਿਰ ਅਰਦਾਸ ਕਰਦੇ ਨੇ। ਕੀ ਇਹ ਪਾਠ ਅਖੰਡ ਪਾਠ ਰਹਿ ਗਿਆ? ਹੁਣ ਤੁਸੀਂ ਆਪ ਸੋਚਣਾ, ਮੇਰੇ ਆਖਣ ਦੀ ਕੋਈ ਜ਼ਰੂਰਤ ਹੀ ਨਹੀਂ। ਸੋ ਇਹਨਾਂ ਚੀਜ਼ਾਂ ਤੋਂ ਆਪਾਂ ਬਚੀਏ, ਇਹਨਾਂ ਦਾ ਧਿਆਨ ਕਰੀਏ। ਕਮ ਸੇ ਕਮ ਜਿਹੜੇ ਆਪਾਂ ਲੋਕ ਸੰਗਤ ਕਰਦੇ ਆ ਉਹ ਤੇ ਬਚੀਏ। ਮੈਂ ਕਹਿੰਦਾ ਹੁੰਦਾ, ਕਿਉਂ ਉਜਾੜਾ ਕਰਦੇ ਹੋ ਮਾਇਆ ਦਾ? ਉਹ ਮਾਇਆ ਜਿਹੜੀ ਇੱਥੇ 1500-1600 ਤੁਸੀਂ ਲਾਉਣਾ ਅਖੰਡ ਪਾਠ ਤੇ, ਆਪਣੇ ਬੱਚਿਆਂ ਦੇ ਕਿਸੇ ਕੰਮ 'ਚ ਲਾਓ, ਉਹਨਾਂ ਦੀ ਪੜ੍ਹਾਈ ਦੇ ਕੰਮ 'ਚ ਲਾਓ, ਬੱਚੀ ਦਾ ਵਿਆਹ ਕਰਨਾ ਉਹਦੇ 'ਚ ਲਾਓ। ਇਹਨੂੰ ਉਜਾੜ ਕਿਉਂ ਰਹੇ ਜੀ? ਕਿਸੇ ਗਰੀਬ ਨੂੰ ਉਂਝ ਦੇ ਦਿਓ, ਤੁਹਾਡੇ ਕੋਲ ਬਹੁਤ ਜ਼ਿਆਦੀ ਹੈ, ਤੇ ਗੋਲਕ ਵਿੱਚ ਪਾ ਜਾਓ ਆ ਕੇ। ਰਾਗੀ ਸਿੰਘ ਕੀਰਤਨ ਕਰਦੇ ਨੇ, 1000-1200 ਇਹਨਾਂ ਦੀ ਇੱਥੇ ਟੋਕਰੀ 'ਚ ਪਾ ਜਾਓ ਆ ਕੇ। ਕੋਈ ਰੋਕਦਾ ਥੋੜੀ, ਕੋਈ ਮਨਾ ਥੋੜੀ ਕਰ। ਪਰ ਕਰਮ ਕਾਂਡ ਕਰਕੇ ਅਸੀਂ ਇਹ ਕਰਮ ਕਰ ਰਹੇ ਹਾਂ, ਇਹ ਗਲਤ ਹੈ। ਇਹਦੇ ਤੋਂ ਆਪਾਂ ਗੁਰੇਜ਼ ਕਰੀਏ। ਕਮ ਸੇ ਕਮ ਜਿੰਨੇ ਕੁ ਆਪਾਂ ਸੰਗਤ ਵਿੱਚ ਬੈਠੇ ਹਾਂ, ਉਹ ਲੋਕ ਤਾਂ ਗੁਰੇਜ਼ ਕਰੀਏ। ਇਹਨਾਂ ਚੀਜ਼ਾਂ ਦੀ ਕੋਈ ਲੋੜ ਨਹੀਂ। ਇਹਨਾਂ ਕੀਰਤਨਾਂ ਦੀ, ਇਹਨਾਂ ਕਥਾਵਾਂ ਦੀ, ਇਹਨਾਂ ਪਾਠਾਂ ਦੀ ਬਿਲਕੁਲ ਜ਼ਰੂਰਤ ਨਹੀਂ। ਆ ਗੁਰਦੁਆਰਾ ਬਣਾਇਆ ਕਾਹਦੇ ਲਈ? ਇਹਦਾ ਹੋਰ ਕੰਮ ਕੀ ਹੈ? ਇਸ ਗੁਰਦੁਆਰੇ 'ਚ ਆ ਕੇ ਕੀਰਤਨ ਸੁਣੋ। ਇੱਥੇ ਹਫ਼ਤੇ ਵਿੱਚ 2-3 ਦਿਨ ਕੀਰਤਨ ਹੁੰਦਾ, ਇਹਨੂੰ ਆ ਕੇ ਸੁਣੋ। ਇੱਥੇ ਹਫ਼ਤੇ 'ਚ 2 ਵਾਰੀ ਕਥਾ ਹੁੰਦੀ, ਉਹਨੂੰ ਆ ਕੇ ਸੁਣੋ। ਉਚੇਚਾ ਘਰ ਵਿੱਚ ਕਰਾ ਕੇ, ਨਾ ਉੱਥੇ ਬਹਿਣ ਲਈ ਜਗ੍ਹਾ ਹੁੰਦੀ ਹੈ, ਨਾ ਉੱਥੇ ਖਲੋਣ ਲਈ ਥਾਂ ਰਹਿ ਜਾਂਦੀ ਹੈ ਕਿਤੇ, ਨਾ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨ ਲਈ ਕਿਤੇ ਜਗ੍ਹਾ ਹੁੰਦੀ ਹੈ। ਲੋਕ ਦੁਕਾਨਾਂ 'ਚ ਚੁੱਕੀ ਫਿਰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ। ਹੈਰਾਨਗੀ ਦੀ ਗੱਲ ਨਹੀਂ? ਆਪਾਂ ਸੋਚੀਏ ਇਹਨਾਂ ਗੱਲਾਂ, ਇਹਨਾਂ ਤੇ ਅਮਲ ਵੀ ਕਰੀਏ। ਇਹ ਚੀਜ਼ਾਂ ਕਰਨ ਨੂੰ ਸ਼ੋਭਾ ਨਹੀਂ ਦਿੰਦੀਆਂ। ਜਿਸ ਨੂੰ ਅਸੀਂ ਪਵਿੱਤਰ ਗੁਰਬਾਣੀ ਆਖਦੇ ਹਾਂ, ਪਵਿੱਤਰ ਗੁਰੂ ਗ੍ਰੰਥ ਸਾਹਿਬ ਆਖਦੇ ਹਾਂ, ਉਹਨੂੰ ਅਸੀਂ ਸ਼ਰਾਬ ਦੀਆਂ ਦੁਕਾਨਾਂ ਤੇ ਚੁੱਕੀ ਫਿਰੀਏ ਤੇ ਕਿੱਧਰ ਦੀ ਸਿਆਣਪ? ਇਹ ਸ਼ਰਾਬ ਦੀਆਂ ਦੁਕਾਨਾਂ ਨੇ ਜੀ ਸਿੱਖਾਂ ਦੇ ਘਰ। ਗੁੱਸਾ ਲੱਗਣਾ ਬਹੁਤਿਆਂ ਨੂੰ, ਪਰ ਮੈਂ ਬਹੁਤ ਵਾਰੀ ਵੇਖਿਆ, ਬੇਸਮੈਂਟ ਵਿੱਚ ਆਖਣਗੇ ਇੱਥੇ ਪ੍ਰਕਾਸ਼ ਕਰਨਾ, ਨਾਲ ਬਾਰ ਬਣਾਈ ਹੁੰਦੀ ਵੱਡੀ ਸਾਰੀ, ਵੱਡਿਆਂ ਘਰਾਂ ਵਾਲਿਆਂ ਨੇ। ਸ਼ਰਾਬ ਦੀ ਵੱਡੀ ਸਾਰੀ ਬਾਰ ਹੈ ਤੇ ਉਹਦੇ ਉੱਤੇ ਫਿਰ ਪਰਦਾ ਤਾਣ ਦਿੰਦੇ ਨੇ ਵੀ ਇੱਥੇ ਤੁਸੀਂ ਪ੍ਰਕਾਸ਼ ਕਰਕੇ ਤੇ ਕੀਰਤਨ ਕਰੋ ਤੇ ਕਥਾ ਕਰ। ਮੈਂ ਉੱਥੇ ਕਿਹੜੀ ਕਥਾ ਸੁਣਾਵਾਂ ਦੱਸੋ? ਕਦੋਂ ਸਮਝਾਂਗੇ ਆਪਾਂ ਇਹ ਗੱਲਾਂ? ਮੈਂ ਤੁਹਾਡੇ ਨਾਲ ਇਸ ਲਈ ਕਰ ਲੈਣਾ ਕਿ ਤੁਸੀਂ ਸੁਣ ਲੈਂਦੇ ਤੇ ਮੈਨੂੰ ਮਾਫ਼ ਕਰਨਾ ਭਾਈ ਜੇ ਕਿਸੇ ਨੂੰ ਕੋਈ ਗਲਤ ਗੱਲ ਲੱਗੇ ਕਿ ਮੈਂ ਠੀਕ ਨਹੀਂ ਬੋਲ ਰਿਹਾ, ਤੇ ਤੁਸੀਂ ਮੇਰੇ ਨਾਲ ਬਹਿ ਕੇ ਵਿਚਾਰ ਵੀ ਜ਼ਰੂਰ ਕਰ ਲੈ। ਮੈਂ ਭੱਜਦਾ ਨਹੀਂ, ਆਪਣੀ ਹਰ ਗੱਲ ਦਾ ਮੈਂ ਜਵਾਬ ਦਿਆਂਗਾ ਤੁਹਾਨੂੰ, ਪਰ ਮੇਰੇ ਨਾਲ ਬੈਠ ਕੇ ਵਿਚਾਰ ਕਰਨਾ। ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਰਾਹੀਂ ਵਿਚਾਰ ਕਰਨਾ, ਇਹ ਸਿੱਖੀ ਦਾ ਵਿਧਾਨ ਹੈ, ਸਿੱਖੀ ਦਾ ਨਿਯਮ ਹੈ। ਜਿੰਨਾ ਚਿਰ ਆਪਾਂ ਵਿਚਾਰ ਨਹੀਂ ਕਰਾਂਗੇ, ਉਨਾ ਚਿਰ ਅਸੀਂ ਕਿਸੇ ਗੱਲ ਦੀ ਤਹਿ ਤੱਕ ਨਹੀਂ ਪਹੁੰਚ ਪਾਵਾਂਗੇ।
ਕਿਸੇ ਵੀ ਗੱਲ ਦੀ ਤਹਿ ਤੱਕ ਪਹੁੰਚਣ ਲਈ ਸਾਨੂੰ ਵਿਚਾਰ ਕਰਨਾ ਅਤੀ ਜ਼ਰੂਰੀ ਹੈ। ਸੋ ਆਓ ਅਸੀਂ ਅਗਲੇ ਵਿਚਾਰ ਸਮਝਦੇ ਹਾਂ। ਹੁਣ ਇਸ ਤੋਂ ਅੱਗੇ ਨਾ ਜੀ 12ਵਾਂ ਰਾਗ ਸ਼ੁਰੂ ਹੁੰਦਾ, ਜਿਹਦਾ ਨਾਮ ਹੈ ਰਾਗ ਟੋਡੀ। ਇਹ ਟੋਡੀ ਰਾਗ ਗੁਰੂ ਗ੍ਰੰਥ ਸਾਹਿਬ ਦਾ 12ਵਾਂ ਰਾਗ ਹੈ ਤੇ ਵਿਦਵਾਨਾਂ ਦਾ ਮਤ ਹੈ ਇਹ ਰਾਗ ਭਗਤੀ ਰਸ ਲਈ ਬਹੁਤ ਉਪਯੋਗੀ ਹੈ। ਔਰ ਇਹ ਰਾਗ ਜ਼ਿਆਦਾਤਰ ਇਸਲਾਮ ਵਿੱਚ ਗਾਇਆ ਜਾਂਦਾ ਰਿਹਾ। ਜੇ ਰਾਗੀ ਸਿੰਘ ਜਾਣਦੇ ਹੋਣਗੇ, ਉਹ ਕਈ ਵਾਰੀ ਆਪਾਂ ਨੂੰ ਸਟੇਜ ਤੋਂ ਦੱਸ ਕੇ ਗਾਉਂਦੇ ਨੇ ਕਿ ਅੱਜ ਮੈਂ ਮੀਆਂ ਕੀ ਟੋਡੀ ਗਾਉਣ ਲੱਗਾ। ਇਹ ਸ਼ਬਦ ਜਿਹੜਾ ਮੀਆਂ ਹੈ ਨਾ ਜੀ, ਇਹ ਇਸਲਾਮ ਵਿੱਚੋਂ ਆਇਆ ਹੋਇਆ। ਇਹਦਾ ਮਤਲਬ ਹੀ ਇਹ ਬਣਦਾ ਹੈ ਕਿ ਕਿਸੇ ਇਸਲਾਮ ਦੇ ਧਾਰਨੀ ਨੇ ਇਹਦੀ ਨੋਟੇਸ਼ਨ ਕੀਤੀ ਹੋਈ, ਮੀਆਂ ਕੀ ਟੋਡੀ। ਇਹ ਟੋਡੀ ਰਾਗ ਜਿਹੜਾ ਹੈ ਇਹ ਭਗਤੀ ਰਸ ਦੇ ਨਾਲ ਭਰਪੂਰ ਹੈ ਕਿ ਜਿਹੜਿਆਂ ਭੈਣਾਂ ਭਰਾਵਾਂ ਨੇ ਭਗਤੀ ਕਰਨੀ ਹੈ, ਸਿਮਰਨ ਕਰਨਾ ਹੈ, ਆਪਣਾ ਮਨ ਵਾਹਿਗੁਰੂ ਜੀ ਦੇ ਨਾਲ ਜੋੜਨਾ ਹੈ, ਉਹਨਾਂ ਲਈ ਇਹ ਟੋਡੀ ਰਾਗ ਜਿਹੜਾ ਹੈ ਬੜਾ ਹੀ ਸਹਿਯੋਗੀ ਹੁੰਦਾ। ਮਨ ਦੇ ਟਿਕਾਅ ਵਾਸਤੇ, ਮਨ ਨੂੰ ਜੁੜਨ ਵਾਸਤੇ ਇਹਦਾ ਬਹੁਤ ਵੱਡਾ ਰੋਲ ਹੈ। ਇਹਦਾ ਸਮਾਂ ਹੈ ਜੀ ਦਿਨ ਦਾ ਦੂਸਰਾ ਪਹਿਰ, ਗਾਉਣ ਦਾ ਸਮਾਂ। ਵੈਸੇ ਗੁਰਮਤਿ ਨੇ ਮੰਨਿਆ ਹੋਇਆ ਹੈ ਜੀ ਕਿ ਰਾਗ ਕੋਈ ਹੋਵੇ ਤੇ ਕਿਸੇ ਵੇਲੇ ਵੀ ਗਾਇਆ ਜਾ ਸਕਦਾ, ਉਹਦੇ 'ਚ ਕੋਈ ਪਰੇਸ਼ਾਨੀ ਨਹੀਂ ਕਿਸੇ ਕਿਸਮ ਦੀ। ਲੇਕਿਨ ਜੇ ਕੋਈ ਰਾਗਾਂ ਦੇ ਆਧਾਰਿਤ ਸਮਾਗਮ ਕੀਤਾ ਜਾ ਰਿਹਾ ਹੈ, ਉਸ ਸਮਾਗਮ ਵਿੱਚ ਸਮੇਂ ਦਾ ਧਿਆਨ ਰੱਖਣਾ ਅਤੀ ਜ਼ਰੂਰੀ ਹੁੰਦਾ ਹੈ। ਜੇ ਉਸ ਸਮਾਗਮ ਵਿੱਚ ਰਾਗ ਦੇ ਗਾਉਣ ਦੇ ਸਮੇਂ ਦਾ ਧਿਆਨ ਨਾ ਰੱਖਿਆ ਜਾਏ ਤੇ ਰਾਗੀਆਂ ਦੇ ਨੰਬਰ ਕੱਟੇ ਜਾਂਦੇ, ਕਿਉਂਕਿ ਉਹਨੇ ਉਹ ਰਾਗ ਗਾਇਆ ਜਿਹੜਾ ਉਸ ਸਮੇਂ ਦੇ ਮੁਤਾਬਕ ਨਹੀਂ ਹੈ। ਸੋ ਇਹ ਗੱਲ ਆਪਣੇ ਵਾਸਤੇ ਨਹੀਂ ਹੈ। ਇੱਥੇ ਕੋਈ ਰਾਗ ਗਾਓ, ਕੋਈ ਸ਼ਬਦ ਪੜ੍ਹੋ, ਆਪਣੇ ਲਈ, ਆਪਣੇ ਉੱਤੇ ਉਹ ਗੱਲ ਨਹੀਂ ਲਾਗੂ ਹੁੰਦੀ। ਸੋ ਆਓ ਅਸੀਂ ਇਸ ਰਾਗ ਦੇ ਵਿੱਚ ਸਮਝਦੇ ਹਾਂ ਕਿ ਜਿਹੜਾ ਪਹਿਲਾ ਬਚਨ ਹੈ ਨਾ, ਇਹ ਚੌਥੇ ਪਾਤਸ਼ਾਹ ਦਾ ਹੈ। ਇਹਦੇ ਵਿੱਚ ਸਤਿਗੁਰੂ ਜੀ ਕੀ ਆਖਦੇ ਨੇ, ਹਰ ਬਿਨ ਰਹਿ ਨਾ ਸਕੈ ਮਨ ਮੇਰਾ। ਗੁਰੂ ਸਾਹਿਬ ਨੇ ਆਪਣੇ ਮਨ ਦੀ ਜਿਹੜੀ ਬੇਹਬਲਤਾ ਹੈ, ਜਿਹੜਾ ਵਿਛੋੜੇ ਵਾਲਾ ਭਾਵ ਹੈ, ਜਿਹੜਾ ਅੰਦਰ ਵੈਰਾਗ ਹੈ, ਉਸ ਦੀ ਗੱਲ ਕੀਤੀ। ਮੋਹੇ ਰੈਣ ਨਾ ਵਿਹਾਵੈ, ਨੀਂਦ ਨਾ ਆਵੈ। ਇਹ ਜਿਹੜੇ ਬਚਨ ਨੇ ਵੈਰਾਗਮਈ ਬਚਨ ਨੇ। ਔਰ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਅਸੀਂ ਕਿਸੇ ਆਪਣੇ ਪਿਆਰੇ ਨਾਲੋਂ ਵਿਛੜ ਜਾਈਏ ਤੇ ਉਹਦੇ ਵਿਛੋੜੇ ਵਿੱਚ ਸਾਨੂੰ ਕਈ ਦਿਨ ਰੋਟੀ ਚੰਗੀ ਨਹੀਂ ਲੱਗਦੀ, ਸੌਣਾ ਚੰਗਾ ਨਹੀਂ ਲੱਗਦਾ, ਇੱਥੋਂ ਤੱਕ ਕਿਸੇ ਨਾਲ ਗੱਲ ਕਰਨਾ ਵੀ ਚੰਗਾ ਨਹੀਂ ਲੱਗਦਾ ਹੁੰਦਾ, ਜੇ ਸਾਡਾ ਅਤੀ ਪਿਆਰਾ ਕੋਈ ਸਾਡੇ ਤੋਂ ਵਿਛੜ ਗਿਆ ਹੋਵੇ। ਪਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਤੀ ਪਿਆਰਾ ਕੌਣ ਹੋ ਸਕਦਾ? ਅਕਾਲ ਪੁਰਖ ਵਾਹਿਗੁਰੂ। ਆਖਦੇ ਨੇ ਹਰ ਬਿਨ, ਵਾਹਿਗੁਰੂ ਜੀ ਤੋਂ ਬਿਨਾਂ, ਯਾਨੀ ਉਹਦੇ ਨਾਮ ਤੋਂ ਬਿਨਾਂ, ਉਹਦੇ ਯਾਦ ਤੋਂ ਬਿਨਾਂ ਰਹਿ ਨਾ ਸਕੈ ਮਨ ਮੇਰਾ। ਮੇਰਾ ਮਨ ਤਾਂ ਭਈ ਰਹਿ ਹੀ ਨਹੀਂ ਸਕਦਾ। ਹੁਣ ਮੇਰੇ ਤੋਂ ਹੋਰ ਕਿਸੇ ਪਾਸੇ ਮੇਰਾ ਧਿਆਨ ਹੀ ਨਹੀਂ ਜਾਂਦਾ। ਜੇ ਉਖੜਦਾ ਮੇਰਾ ਧਿਆਨ ਵਾਹਿਗੁਰੂ ਜੀ ਦੇ ਨਾਮ ਵੱਲੋਂ ਤੇ ਮੈਂ ਪਰੇਸ਼ਾਨ ਹੋ ਉੱਠਦਾ, ਮੇਰੇ ਅੰਦਰ ਨੂੰ ਪੀੜਾ ਪਹੁੰਚਦੀ ਹੈ, ਦੁੱਖ ਪਹੁੰਚਦਾ ਹੈ। ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ। ਮੇਰੇ ਪ੍ਰਾਣਾਂ ਦਾ ਮਾਲਕ, ਮੇਰੇ ਪ੍ਰਾਣਾਂ ਦਾ ਸਹਾਇਕ ਮੇਰਾ ਹਰੀ ਵਾਹਿਗੁਰੂ ਪ੍ਰਭੂ ਗੁਰ ਮੇਲੇ। ਜਦੋਂ ਗੁਰੂ ਮਿਲਾ ਦਿੰਦਾ ਏ, ਬਹੁਰ ਨਾ ਭਵਜਲ ਫੇਰਾ। ਫਿਰ ਭਵਜਲ ਦਾ ਮਤਲਬ ਹੈ ਸੰਸਾਰ ਵਿੱਚ ਜਿਹੜਾ ਸਾਡਾ ਜਨਮ ਤੇ ਮਰਨ ਦਾ ਗੇੜ ਬਣਿਆ ਹੋਇਆ ਹੈ, ਇਹ ਜਿਹੜਾ ਫੇਰਾ ਹੈ ਫਿਰ ਇਹ ਮੁੱਕ ਜਾਂਦਾ। ਇਹ ਫਿਰ ਫੇਰਾ ਸਾਡਾ ਖਤਮ ਹੋ ਜਾਂਦਾ, ਭਾਵ ਜਨਮ ਤੇ ਮਰਨ ਦਾ ਗੇੜ ਮੁੱਕ ਜਾਂਦਾ ਹੈ ਜੇ ਅਸੀਂ ਗੁਰੂ ਦੇ ਆਖੇ ਲੱਗ ਕੇ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰੀਏ। ਗੁਰੂ ਕਿਰਪਾ ਕਰੇ ਤੇ ਪ੍ਰਭੂ ਨਾਲ ਸਾਡੀ ਸੁਰਤ ਜੋੜ ਦੇਵੇ ਤੇ ਫਿਰ ਇਹ ਸਾਰੇ ਫੇਰੇ ਮੁੱਕ ਜਾਂਦੇ ਨੇ।
ਆਵਣ ਜਾਣ ਰਹਿਓ। ਫਿਰ ਆਉਣਾ ਜਾਣਾ ਮੁੱਕ ਜਾਂਦਾ ਹੈ। ਆਉਣਾ ਜਾਣਾ ਮੁਕਾਉਣ ਵਾਸਤੇ ਸਾਨੂੰ ਗਿਆਨ ਦੇ ਪ੍ਰਕਾਸ਼ ਵਿੱਚ ਜਾਗਣ ਦੀ ਲੋੜ ਹੈ। ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ, ਆਪਾਂ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਹੁਣ ਇਸ ਵਕਤ। ਮੈਂ ਵੀ ਸੁੱਤਾ ਹੋਇਆ ਗੱਲਾਂ ਕਰੀ ਜਾਂਦਾ ਤੇ ਤੁਸੀਂ ਵੀ ਸੁੱਤੇ ਹੋਏ ਸੁਣੀ ਜਾਂਦੇ ਹੋ। ਜਿੱਦਣ ਕੋਈ ਜਾਗ ਪਿਆ, ਗੁਰਮੁਖੋ ਦੀ ਇੱਕ ਨਿਸ਼ਾਨੀ ਹੋਣੀ ਹੈ, ਉਹਨੇ ਗੱਲਾਂ ਕਰਨੀਆਂ ਵੀ ਬੰਦ ਕਰ ਦੇਣੀਆਂ ਤੇ ਸੁਣਨ ਵਾਲਿਆਂ ਸੁਣਨੀਆਂ ਵੀ ਬੰਦ ਕਰ ਦੇਣੀਆਂ, ਕਿਉਂਕਿ ਉਹ ਜਾਗ ਪਏ ਨੇ। ਜਾਗਿਆ ਮਨੁੱਖ ਸੁਪਨਾ ਨਹੀਂ ਵੇਖਦਾ ਹੁੰਦਾ। ਸੁਪਨਾ ਸਿਰਫ ਉਹ ਮਨੁੱਖ ਵੇਖਦਾ ਜਿਹੜਾ ਸੁੱਤਾ ਹੋਵੇ। ਜਿੱਦਣ ਜਾਗਾਂਗੇ ਸੁਪਨਾ ਟੁੱਟ ਜਾਣਾ ਹੈ। ਇਹ ਮੋਹ ਦੀ ਨੀਂਦ ਟੁੱਟ ਜਾਣੀ ਹੈ ਜਿੱਦਣ ਜਾਗ ਪਏ। ਜਾਗਣ ਦਾ ਯਤਨ ਕਰੀ। ਕਬਹੂ ਸੁਚਿਤ ਹੋਵੈ ਜਾਗੋ, ਸੋਵਤ ਕਹਾ ਮੋਹ ਨਿੰਦਰਾ ਮੈਂ। ਇਸ ਮੋਹ ਦੀ ਨੀਂਦ ਵਿੱਚ ਕਿੱਥੇ ਸੁੱਤੇ ਹੋਏ ਹੋ? ਘੂਕ ਸੁੱਤੇ ਹੋਏ ਹੋ। ਉੱਠ ਜਾਓ। ਗੁਰੂ ਸਾਨੂੰ ਹਲੂਣੇ ਦੇ ਰਿਹਾ ਬਾਰ-ਬਾਰ, ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਬਾਰ-ਬਾਰ। ਜਾਗ ਲੇਹੋ ਰੇ ਮਨਾ ਜਾਗ ਲੇਹੋ, ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਆ। ਜਿਹੜਾ ਸਰੀਰ ਲੈ ਕੇ ਸੰਸਾਰ ਵਿੱਚ ਆਏ ਸਾਂ, ਜਾਣ ਲੱਗਿਆਂ ਗੁਰਮੁਖੋ ਇਹ ਸਰੀਰ ਵੀ ਨਾਲ ਨਹੀਂ ਜਾਣਾ। ਜਾਗ ਲੇਹੋ, ਉੱਠ ਪਵੋ। ਜਾਗਣਾ ਹਰ ਜਾਗਨ ਨੀਕਾ, ਜਾਗਣਾ ਜਾਗਨ ਨੀਕਾ। ਹਰ ਕੀਰਤਨ ਮੈਂ ਜਾਗਣਾ। ਹਰੀ ਕੀਰਤਨ ਦਾ ਮਤਲਬ ਸਿਰਫ ਆ ਹੀ ਨਹੀਂ ਗਾ। ਹਰੀ ਕੀਰਤਨ ਦਾ ਮਤਲਬ ਹੈ ਵਾਹਿਗੁਰੂ ਜੀ ਦੀ ਕੀਰਤੀ ਕਰਨਾ। ਚਾਹੇ ਉਹ ਕਥਾ ਕਰੀਏ, ਗੁਰਬਾਣੀ ਦਾ ਪਾਠ ਕਰੀਏ, ਉਹ ਗੱਲਾਂ ਬਾਤਾਂ ਕਰੀਏ, ਉਹ ਗੁਰਬਾਣੀ ਦਾ ਸ਼ਬਦ ਰਾਗਾਂ ਰਾਹੀਂ ਸੁਣੀਏ, ਕੀਰਤਨ ਦੁਆਰਾ ਸੁਣੀਏ, ਇਹ ਸਾਰੀ ਵਾਹਿਗੁਰੂ ਦੀ ਕੀਰਤੀ ਹੈ। ਤੇ ਬਸ ਵਾਹਿਗੁਰੂ ਜੀ ਦੀ ਕੀਰਤੀ ਵਿੱਚ ਜਾਗ ਜਾਣਾ ਹੀ ਸਾਡੇ ਮਨੁੱਖ ਹੋਣ ਦਾ ਇੱਕ ਗੁਣ ਹੈ। ਜੇ ਆਪਾਂ ਇਸ ਜਾਮੇ ਵਿੱਚ ਨਾ ਜਾਗ ਪਾਏ ਤੇ ਕਿਸੇ ਪਸ਼ੂ ਨੂੰ ਆਪਾਂ ਨਹੀਂ ਕਹਿ ਸਕਦੇ ਕਿ ਤੂੰ ਜਾਗ, ਕਿਸੇ ਪੰਛੀ ਨੂੰ ਨਹੀਂ ਆਖ ਸਕਦੇ ਕਿ ਤੂੰ ਜਾਗ। ਇਹ ਸਿਰਫ ਮਨੁੱਖ ਨੂੰ ਹੀ ਆਖਿਆ ਜਾ ਸਕਦਾ ਹੈ। ਤੇ ਗੁਰੂ ਜੀ ਤਾਂ ਹੀ ਸਾਨੂੰ ਬਾਰ-ਬਾਰ ਆਖ ਰਹੇ ਨੇ, ਭਾਈ ਇਸ ਮੋਹ ਦੀ ਨੀਂਦ ਵਿੱਚੋਂ ਜਾਗ ਜਾਓ। ਇੰਨੇ ਕੁ ਸ਼ਬਦ ਭਾਈ ਗੁਰਮੁਖੋ ਅੱਜ ਤੁਸੀਂ ਪ੍ਰਵਾਨ ਕਰਨਾ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਅਗਲੀ ਵਿਚਾਰ ਆਪਾਂ ਜਿਹੜੀ ਕਰਨੀ ਹੈ ਉਹ ਆਪਾਂ 9ਵੇਂ ਪਾਤਸ਼ਾਹ ਦੇ ਸ਼ਬਦ ਦੀ ਵਿਚਾਰ ਕਰਾਂਗੇ ਅਗਲੇ ਐਤਵਾਰ। ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।